ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਲੁਕਮਾ ਸੱਚ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੇ ਅਹਿਮ ਮਸਲੇ ਤੇ। ਗੱਲਬਾਤ ਕਰਾਂਗੇ ਇਸ ਵਾਰ ਪ੍ਰੋਗਰਾਮ ਦੇ ਵਿੱਚ ਬੀਜੇਪੀ ਨੂੰ ਲੈ ਕੇ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਨੇ ਉਹਦੇ ਮੱਦੇਨਜ਼ਰ ਬੀਜੇਪੀ ਦੀ ਤਿਆਰੀ ਕੀ ਹੈ। ਪਿਛਲੇ ਕਈ ਦਹਾਕਿਆਂ ਤੋਂ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਦੇ ਮੋਢਿਆਂ ਤੇ ਚੜ੍ਹ ਕੇ ਚੋਣਾਂ ਲੜਦੀ ਆ ਰਹੀ ਹੈ, ਪਰ ਇਹ ਪਹਿਲਾ ਮੌਕਾ ਹੋਵੇਗਾ ਕਿ ਬੀਜੇਪੀ ਅਕਾਲੀ ਦਲ ਦੇ ਬਿਨਾਂ ਸਹਾਰੇ ਪੰਜਾਬ ਦੇ ਅੰਦਰ ਵਿਧਾਨ ਸਭਾ ਦੀਆਂ ਚੋਣਾਂ ਲੜੇਗੀ। ਬੀਜੇਪੀ ਦੀ ਸਥਿਤੀ ਵੀ ਹੁਣ ਪਹਿਲਾਂ ਵਾਲੀ ਨਹੀਂ ਰਹੀ, ਕਿਉਂਕਿ ਪਹਿਲਾਂ ਵੀ ਕੋਈ ਬਾਹਲੀ ਵਧੀਆ ਸਥਿਤੀ ਨਹੀਂ ਸੀ, ਪਰ ਹੁਣ ਕਿਸਾਨ ਅੰਦੋਲਨ ਦੇ ਕਾਰਨ ਬੀਜੇਪੀ ਦੀ ਸਥਿਤੀ ਬਿਲਕੁਲ ਡਾਵਾਂਡੋਲ ਹੈ। ਪੰਜਾਬ ਦੇ ਅੰਦਰ ਇੱਕ ਤਰ੍ਹਾਂ ਦੀ ਜੇ ਆਪਾਂ ਬੀਜੇਪੀ ਨੂੰ ਵੈਂਟੀਲੇਟਰ ਤੇ ਵੀ ਕਹਿ ਦਈਏ ਤਾਂ ਉਹ ਵੀ ਕਹਿਣਾ ਜਿਹੜਾ ਮੁਸ਼ਕਿਲ ਨਹੀਂ ਹੋਵੇਗਾ, ਗਲਤ ਨਹੀਂ ਹੋਵੇਗਾ। ਤਾਂ ਦੂਜੇ ਪਾਸੇ ਜਿਹੜੀ ਬੀਜੇਪੀ ਆ ਆਪਣੇ ਆਪ ਨੂੰ ਸਟੈਂਡ ਕਰਨ ਵੀ ਲੱਗੀ ਹੋਈ ਹੈ। ਹਰ ਉਹ ਦਾਅ ਵਰਤ ਰਹੀ ਹੈ ਜੋ ਉਹਨਾਂ ਦੇ ਲਈ 2022 ਦੀਆਂ ਚੋਣਾਂ ਦੇ ਵਿੱਚ ਸਹਾਈ ਹੋਵੇ। ਇੱਕ ਪਾਸੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ 2022 ਦੇ ਵਿੱਚ ਦਲਿਤ ਚਿਹਰਾ ਜਿਹੜਾ ਉਹਨੂੰ ਸੀਐਮ ਸਾਡੇ ਵੱਲੋਂ ਬਣਾਇਆ ਜਾਵੇਗਾ। ਪੰਜਾਬ ਦੇ ਅੰਦਰ ਵੱਡੀ ਗਿਣਤੀ ਦੇ ਵਿੱਚ ਐਸਸੀ ਵੋਟਰ ਨੇ, ਉਹਨਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਧਰ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਡੇਰਾ ਪ੍ਰੇਮੀ ਨੂੰ ਪੈਰੋਲ ਦੇਣ ਤੇ ਡੇਰਾ ਪ੍ਰੇਮੀ ਨਾਲ ਵੀ ਇਹਨਾਂ ਦੀ ਜਿਹੜੀ ਗਾਂਠ ਸਾਂਠ ਚੱਲ ਰਹੀ ਹੈ, ਕਿਉਂਕਿ ਪੰਜਾਬ ਦੇ ਅੰਦਰ ਡੇਰਾ ਪ੍ਰੇਮੀਆਂ ਦੀ ਵੀ ਵੋਟ ਬਹੁਤ ਜ਼ਿਆਦਾ ਹੈ। 40 ਸੀਟਾਂ ਦੇ ਉੱਪਰ ਡੇਰਾ ਪ੍ਰੇਮੀ ਅਸਰ ਪਾਉਂਦੇ ਨੇ। ਤਾਂ ਉੱਥੇ ਹੀ ਜੇਕਰ ਕਿਸਾਨ ਅੰਦੋਲਨ ਜਿਸ ਤਰੀਕੇ ਦੇ ਨਾਲ ਚੱਲ ਰਿਹਾ, ਜੇਕਰ ਇਹ ਵੀ ਸਿਆਸੀ ਪੰਡਤਾਂ ਦਾ ਮੰਨਣਾ ਹੈ ਕਿ ਜੇਕਰ ਚੋਣਾਂ ਦੇ ਨੇੜੇ ਤੇੜੇ ਜਾ ਕੇ ਜਾਂ ਹੁਣ ਵੀ ਕਿਸਾਨ ਅੰਦੋਲਨ ਨੂੰ ਬੀਜੇਪੀ ਕਿਸਾਨਾਂ ਨੂੰ ਕੁਝ ਦੇ ਕੇ, ਕਿਸਾਨਾਂ ਨੂੰ ਮਨਾ ਕੇ ਜੇਕਰ ਅੰਦੋਲਨ ਖਤਮ ਕਰ ਲੈਂਦੀ ਹੈ, ਕਾਨੂੰਨ ਵਾਪਸ ਕਰ ਲੈਂਦੀ ਹੈ ਜਾਂ ਕਾਨੂੰਨ ਕੁਝ ਘਟਾ ਵਧਾ ਲੈਂਦੀ ਹੈ, ਤਾਂ ਉਸ ਦਾ ਵੀ ਕੁਝ ਨਾ ਕੁਝ ਫਾਇਦਾ ਹੋ ਸਕਦਾ ਹੈ। ਤਾਂ ਇਹ ਜੋ ਪੱਤੇ ਉਹਨਾਂ ਦੇ ਵੱਲੋਂ ਖੇਡੇ ਜਾ ਰਹੇ ਨੇ, ਡੇਰਾ ਮੁਖੀ ਵਾਲਾ ਪੱਤਾ, ਐਸਸੀ ਦਲਿਤ ਪੱਤਾ, ਧਰਮ ਦੇ ਆਧਾਰ ਤੇ ਵੀ ਇਹਨਾਂ ਦੇ ਵੱਲੋਂ ਰਾਜਨੀਤੀ ਕੀਤੀ ਜਾਂਦੀ ਹੈ। ਇਹ ਜਿਹੜੇ ਸਾਰੇ ਪੱਤੇ ਨੇ, ਚਾਹੇ ਕਿਸਾਨ ਅੰਦੋਲਨ ਵਾਲੇ ਵੀ ਹੋਣ, ਇਹ ਸਾਰੇ ਜੇਕਰ ਬੀਜੇਪੀ ਖੇਡਦੀ ਹੈ ਤਾਂ ਕਿੰਨਾ ਕੁ ਫਾਇਦਾ ਪੰਜਾਬ ਦੇ ਅੰਦਰ ਇਹਨਾਂ ਨੂੰ ਹੋਵੇਗਾ ਜਾਂ ਹੋਵੇਗਾ ਵੀ ਜਾਂ ਨਹੀਂ ਹੋਵੇਗਾ। ਇਸ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਰਹਿਣਗੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਵਿੱਚ। ਬਹੁਤ ਬਹੁਤ ਧੰਨਵਾਦ ਜੀ ਸਾਹਿਬ। ਵਿਸ਼ਾ ਤੁਸੀਂ ਸੁਣ ਹੀ ਲਿਆ, ਭੂਮਿਕਾ ਦੇ ਵਿੱਚ ਬੀਜੇਪੀ ਨੂੰ ਲੈ ਕੇ ਆਪਾਂ ਗੱਲਬਾਤ ਕਰਨੀ ਹੈ ਤੇ ਸਾਰੇ ਜੋ ਜਿਹੜੇ ਚੱਲ ਰਹੀਆਂ ਸਕੀਮਾਂ, ਚਾਹੇ ਉਹ ਦਲਿਤ ਵਾਲਾ ਪੱਤਾ ਹੋਵੇ, ਚਾਹੇ ਉਹ ਡੇਰਾ ਮੁਖੀ ਵਾਲਾ ਹੋਵੇ, ਜੇ ਉਹ ਕਿਸਾਨ ਅੰਦੋਲਨ ਦਾ ਵੀ ਕਰਦੇ ਆ, ਧਰਮ ਜਾਤ ਦੀ ਵੀ ਇਹ ਰਾਜਨੀਤੀ ਕਰਦੇ ਆ, ਕਿਵੇਂ ਦੇਖਦੇ ਆ? ਕਿੱਥੋਂ ਸ਼ੁਰੂ ਕਰੀਏ ਕਿ ਬੀਜੇਪੀ ਜਿਹੜੇ ਆਪਣੇ ਲਈ ਸਹਾਈ, ਜਿਹੜੇ ਆਪਾਂ ਕਹਿ ਸਕਦੇ ਹਾਂ ਵੀ ਸਾਰੇ ਉਹ ਕਦਮ ਚੁੱਕ ਰਹੀ ਹੈ ਜਿਹੜੇ ਉਹਨਾਂ ਦੇ ਲਈ ਸਹਾਈ 2022 ਦੇ ਵਿੱਚ ਹੋਣ, ਕਿੱਥੋਂ ਸ਼ੁਰੂ ਕਰੀਏ ਬੀਜੇਪੀ ਲਈ? ਦੇਖੋ ਸਿੱਧੂ ਸਾਹਿਬ, ਜਿਹੜੀ ਬੀਜੇਪੀ ਦੀ ਜਦੋਂ ਅਸੀਂ ਗੱਲ ਸ਼ੁਰੂ ਕਰਨੀ ਹੈ ਤਾਂ ਤੁਸੀਂ ਕੇਵਲ ਬੀਜੇਪੀ ਦੇ ਇਹ ਪਿਛਲੇ 10-15 ਦਿਨਾਂ ਦੇ ਵਿੱਚ ਜੋ ਸਿਆਸੀ ਘਟਨਾਕ੍ਰਮ ਜਿਹੜੇ ਉਹਨਾਂ ਵੱਲੋਂ ਕੀਤੇ ਜਾ ਰਹੇ ਆ, ਤੁਸੀਂ ਉਹਦੇ ਤੋਂ ਗੱਲ ਨਾ ਸ਼ੁਰੂ ਕਰੋ। ਤੁਸੀਂ ਅਗਰ ਗੱਲ ਸ਼ੁਰੂ ਕਰਨੀ ਹੈ ਤਾਂ ਇਹ ਗੱਲ 2019 ਤੋਂ ਵੀ ਸ਼ੁਰੂ ਕੀਤੀ ਜਾ ਸਕਦੀ ਹੈ ਤੇ 2019 ਤੋਂ ਪਹਿਲਾਂ ਵੀ ਕੀਤੀ ਜਾ ਸਕਦੀ ਹੈ। ਤੁਸੀਂ ਆਪਣੀ ਭੂਮਿਕਾ ਦੇ ਵਿੱਚ ਗੱਲ ਕੀਤੀ ਹੈ ਕਿ ਬੀਜੇਪੀ ਕਈ ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਰਲ ਕੇ ਚੋਣਾਂ ਲੜਦੀ ਰਹੀ ਹੈ। 2012 ਤੱਕ ਤਾਂ ਜਿਹੜੀ ਭਾਰਤੀ ਜਨਤਾ ਪਾਰਟੀ ਹੈ, ਭਾਜਪਾ ਹੈ, ਇਹ ਪੂਰਨ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਹਦੇ ਤੇ ਮਤਲਬ ਅਸੀਂ ਕਹਿ ਸਕਦੇ ਹਾਂ ਉਹਦੇ ਸਮਰਥਨ ਦੇ ਨਾਲ ਹੀ ਚੋਣ ਮੈਦਾਨ ਵਿੱਚ ਆਉਂਦੀ ਰਹੀ। ਜਦੋਂ 2014 ਦੇ ਵਿੱਚ ਕੇਂਦਰ ਦੇ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਬਣਦੀ ਹੈ ਔਰ ਉਹਨਾਂ 5 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਬੀਜੇਪੀ ਦੇ ਲੀਡਰ ਸੀ, ਇਹਨਾਂ ਦੇ ਜਿਹੜੇ ਸੁਰ ਸੀ ਉਹ ਬਦਲਣੇ ਸ਼ੁਰੂ ਹੋ ਗਏ ਸਨ। ਤੁਹਾਨੂੰ ਸ਼ਾਇਦ ਇਸ ਗੱਲ ਦਾ ਯਾਦ ਹੋਵੇ। ਔਰ ਸੁਰ ਇਸ ਤਰੀਕੇ ਨਾਲ ਬਦਲਣੇ ਸ਼ੁਰੂ ਹੋ ਗਏ ਸਨ ਕਿਉਂਕਿ ਬਾਕੀ ਜਿਹੜੀਆਂ ਸਟੇਟ ਸਨ ਉੱਥੇ ਉਹਨਾਂ ਨੂੰ ਬਹੁਮਤ ਮਿਲਣਾ ਸ਼ੁਰੂ ਹੋ ਗਿਆ ਸੀ, ਬੀਜੇਪੀ ਦੀਆਂ ਸਰਕਾਰਾਂ ਬਣਦੀਆਂ ਸ਼ੁਰੂ ਹੋ ਗਈਆਂ। ਤੇ ਜਦੋਂ ਫਿਰ 2019 'ਚ ਟਾਈਮ ਆਇਆ, ਜਦੋਂ ਲੋਕ ਸਭਾ ਦੀ ਦੁਬਾਰਾ ਚੋਣ ਹੋਈ ਹੈ, ਤਾਂ ਉਸ ਵਕਤ ਜਿਹੜੇ ਪੰਜਾਬ ਭਾਜਪਾ ਦੇ ਲੀਡਰ ਸੀ, ਜਿਨ੍ਹਾਂ ਵਿੱਚ ਮਾਸਟਰ ਮੋਹਨ ਲਾਲ, ਮਨੋਰੰਜਨ ਕਾਲੀਆ ਜਾਂ ਹੋਰ ਇਹੋ ਜਿਹੇ ਬੰਦੇ ਸੀ, ਇਹਨਾਂ ਨੇ ਕਲੀਅਰ ਕੱਟ ਤੌਰ ਤੇ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਸੀ ਕਿ ਅਸੀਂ ਪੰਜਾਬ ਦੇ ਵਿੱਚ ਵੱਖਰੇ ਤੌਰ ਤੇ ਚੋਣਾਂ ਲੜਨੀਆਂ ਨੇ, ਅਸੀਂ ਛੋਟੇ ਭਰਾ ਦੀ ਭੂਮਿਕਾ ਨਹੀਂ ਨਿਭਾਉਣੀ, ਅਸੀਂ ਵੱਡੇ ਭਰਾ ਦੀ ਭੂਮਿਕਾ ਜਾਂ ਬਰਾਬਰ ਦੇ ਭਰਾਵਾਂ ਵਾਲੀ ਭੂਮਿਕਾ, ਬਰਾਬਰ ਦੇ ਹੱਕ ਜਿਹੜੇ ਲੈਣੇ ਨੇ। ਸੋ ਇਹ ਗੱਲਾਂ ਤੁਸੀਂ ਅੱਜ ਦੇ ਦਿਨਾਂ ਦੀਆਂ ਗੱਲਾਂ ਨਾ ਕਰੋ। ਬੀਜੇਪੀ ਬੜੀ ਸੋਚੀ ਸਮਝੀ ਰਣਨੀਤੀ ਦੇ ਤਹਿਤ ਪਿਛਲੇ ਇੱਕ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਚੋਣਾਂ ਲੜਨ ਦੇ ਮੂਡ ਦੇ ਵਿੱਚ ਹੈਗੀ ਇਕੱਲੇ ਤੌਰ ਤੇ।
ਹਾਂ ਤੁਸੀਂ ਇਸ ਸਿਨੈਰੀਓ ਦੇ ਵਿੱਚ ਜਿਹੜਾ ਮੈਨੂੰ ਤੁਸੀਂ ਪ੍ਰਸ਼ਨ ਕਰੋਗੇ ਉੱਥੋਂ ਤੁਸੀਂ ਮੈਨੂੰ ਕਰੋ ਤਾਂ ਫਿਰ ਆਪਾਂ ਅਗਲੀ ਬਹਿਸ ਜਿਹੜੀ ਆ ਉਹ ਸ਼ੁਰੂ ਕਰਦੇ ਹਾਂ, ਕਿਉਂਕਿ ਅਸੀਂ ਕੇਵਲ ਆ ਜਿਹੜੀਆਂ ਚੰਦ ਘਟਨਾਵਾਂ ਨੇ ਇਹ ਪਿਛਲੀਆਂ ਚੀਜ਼ਾਂ ਦਾ ਸਿਖਰ ਆ, ਇਹਨੂੰ ਕਿਵੇਂ ਸਿੱਖ ਰਹੇ ਇਹਨੂੰ ਆਪਾਂ ਬਿਆਨ ਕਰਦੇ ਹਾਂ ਆਪਣੀ ਆਪਣੀ ਇਸ ਬਹਿਸ ਦੇ ਵਿੱਚ, ਇਸ ਵਿਚਾਰ ਚਰਚਾ ਦੇ ਵਿੱਚ। ਜਿਹੜੇ ਪੱਤੇ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆਪਾਂ ਇੱਥੋਂ ਸ਼ੁਰੂ ਕਰ ਲਈਏ ਕਿ ਬੀਜੇਪੀ ਦੇ ਵੱਲੋਂ ਜਿਹੜਾ ਪਹਿਲਾ ਪੱਤਾ ਖੇਡਿਆ ਗਿਆ ਸੀ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਸਾਡੇ ਵੱਲੋਂ ਦਲਿਤ ਚਿਹਰੇ ਨੂੰ ਜਿਹੜਾ ਸੀਐਮ ਬਣਾਇਆ ਜਾਊਗਾ 2022 ਦੇ ਵਿੱਚ ਜੇਕਰ ਸਾਡੀ ਸਰਕਾਰ ਆਉਂਦੀ ਹੈ। 35% ਜਿਹੜੇ ਵੋਟਰ ਦੱਸੇ ਜਾ ਰਹੇ ਨੇ, ਹੋ ਸਕਦਾ ਕਿ ਇਸ ਤੋਂ ਵੱਧ ਜਾਂ ਘੱਟ ਵੀ ਹੋਣ, ਪਰ 35% ਦੱਸੇ ਜਾ ਰਹੇ ਨੇ ਜਿਹੜੇ ਤਾਜ਼ਾ ਸਰਵੇ ਨੇ ਕਿ ਪੰਜਾਬ ਦੇ ਅੰਦਰ ਵੋਟਰ ਐਸੀ ਨੇ। ਕੀ ਲੱਗਦਾ ਕਿ ਉਹਨਾਂ ਵੋਟਰਾਂ ਨੂੰ ਇਹ ਫੈਸਲਾ ਜਿਹੜਾ ਦਲਿਤ ਸੀਐਮ ਵਾਲਾ ਉਹ ਲੁਭਾ ਸਕਦਾ ਹੈ, ਇਹ ਫੈਕਟਰ ਕੰਮ ਕਰ ਸਕਦਾ ਹੈ, ਇਹ ਪੱਤਾ ਜਿਹੜਾ ਪਹਿਲਾਂ ਖੇਡਿਆ ਗਿਆ ਸੀ ਇਹ ਕੰਮ ਕਰ ਸਕਦਾ ਬੀਜੇਪੀ ਦੇ ਲਈ? ਦੇਖੋ ਸਿੱਧੂ ਸਾਹਿਬ, ਜਦੋਂ ਤੁਸੀਂ ਦਲਿਤ ਵਰਗ ਦੀ ਗੱਲ ਕਰਦੇ ਜੇ ਤਾਂ ਦਲਿਤ ਵਰਗ ਦੇ ਵੋਟਰ ਕਾਰਡ ਨੂੰ ਪੰਜਾਬ ਦੇ ਵਿੱਚ ਕੇਵਲ ਭਾਜਪਾ ਹੀ ਨਹੀਂ ਵਰਤਣ ਲੱਗੀ ਜਾਂ ਭਾਜਪਾ ਨੇ ਹੀ ਨਹੀਂ ਸੁੱਟਿਆ, ਇਹ ਬੀਤੇ ਲੰਮੇ ਸਮੇਂ ਤੋਂ ਇਹ ਦਲਿਤ ਵਰਗ ਨੂੰ ਹਰ ਪਾਰਟੀ ਜਿਹੜੀ ਆ ਉਹ ਵਰਤਦੀ ਰਹੀ ਹੈ, ਚਾਹੇ ਉਹ ਬਸਪਾ ਬਹੁਜਨ ਸਮਾਜ ਪਾਰਟੀ ਬੀਬੀ ਮਾਇਆਵਤੀ ਵਾਲੀ ਹੋਵੇ, ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ, ਚਾਹੇ ਕਾਂਗਰਸ ਹੋਵੇ, ਕੋਈ ਵੀ, ਕਿਉਂਕਿ ਹਰ ਪਾਰਟੀ ਦਾ ਜਿਹੜਾ ਵੋਟ ਬੈਂਕ ਆ ਉਹ ਜਿਹੜਾ ਹੈ ਉਹ ਹਮੇਸ਼ਾ ਦਲਿਤ ਵਰਗ ਰਿਹਾ ਮੇਨ ਤੌਰ ਤੇ। ਆਪਾਂ ਉਹਦੀ ਗੱਲ ਆਪਾਂ ਜਨਰਲ ਅੱਗੇ ਕਰਦੇ ਹਾਂ। ਹੁਣ ਜੇਕਰ ਬੀਜੇਪੀ ਨੇ ਇਹ ਗੱਲ ਦਲਿਤ ਮੁੱਖ ਮੰਤਰੀ ਦੀ ਗੱਲ ਕੀਤੀ ਹੈ, ਅਜੇ ਕਿਸੇ ਲੀਡਰ ਦਾ ਬਿਆਨ ਨਹੀਂ ਅਜੇ ਆਇਆ, ਇਹ ਤਾਂ ਸਾਡੇ ਆਪਣੇ ਕਿਆਫੇ ਨੇ ਕਿ ਇਸ ਤਰੀਕੇ ਦੀ ਜਿਹੜੀ ਗੱਲ ਆ ਉਹ ਹੋ ਸਕਦੀ ਹੈ। ਅਜੇ ਨਾ ਤਾਂ ਪੰਜਾਬ ਭਾਜਪਾ ਦੇ ਪ੍ਰਧਾਨ ਦੀ ਕੋਈ ਗੱਲ ਇਹੋ ਜਿਹੀ ਆਈ ਹੈ ਕਿ ਦਲਿਤ ਆਪਾਂ ਸੀਐਮ ਬਣਾਉਣਾ, ਪਰ ਇਹ ਗੱਲਾਂ ਉੱਡਦੀਆਂ ਨੇ। ਪਰ ਹਾਂ, ਇਹਦੇ ਉਲਟ ਸੁਖਬੀਰ ਸਿੰਘ ਬਾਦਲ ਨੇ ਦਬਾਬੇ ਦੇ ਖੇਤਰ ਦੇ ਵਿੱਚ ਇੱਕ ਰੈਲੀ ਦੇ ਦੌਰਾਨ ਇਹ ਗੱਲ ਕਹਿਤੀ ਸੀ ਕਿ ਅਸੀਂ ਡਿਪਟੀ ਮੁੱਖ ਮੰਤਰੀ ਜਿਹੜਾ ਆ ਉਹ ਦਲਿਤ ਵਰਗ ਨਾਲ ਬਣਾਉਣਾ। ਸੋ ਦਲਿਤ ਵਰਗ ਨੂੰ ਕੈਸ਼ ਕਰਨ ਦੇ ਯਤਨ ਤਾਂ ਸਾਰੀਆਂ ਪਾਰਟੀਆਂ ਵੱਲੋਂ ਕੀਤੀਆਂ ਜਾਂਦੀਆਂ ਨੇ। ਤੁਸੀਂ ਭਾਜਪਾ ਦੇ ਸੰਬੰਧ 'ਚ ਗੱਲ ਕੀਤੀ ਹੈ। ਹੁਣ ਜਦੋਂ ਤੁਸੀਂ ਭਾਜਪਾ ਦੇ ਸੰਬੰਧ 'ਚ ਗੱਲ ਕਰ ਰਹੇ ਜੇ ਕਿ ਭਾਜਪਾ ਨੇ ਦਲਿਤ ਕਾਰਡ ਸੁੱਟਣ ਦੀ ਗੱਲ ਕੀਤੀ ਆ, ਉਹਨੇ ਜਿਹੜਾ ਹੈਗਾ ਆਪਣੇ ਮੁੱਖ ਮੰਤਰੀ ਬਣਾਉਣ ਦੀ ਗੱਲ ਕੀਤੀ ਗਈ, ਇਹ ਤਾਂ ਅਜੇ ਕਿਸੇ ਜ਼ਿੰਮੇਵਾਰ ਲੀਡਰ ਵੱਲੋਂ ਤਾਂ ਕੋਈ ਸਟੇਟਮੈਂਟ ਆਈ ਨਹੀਂ। ਤਾਂ ਜੇਕਰ ਸਟੇਟਮੈਂਟ ਨਹੀਂ ਆਈ ਤਾਂ ਫਿਰ ਅਸੀਂ ਇਹ ਚੀਜ਼ ਜਿਹੜੀ ਆ ਉਹਦੇ ਗੱਲ ਪਾ ਕੇ ਨਹੀਂ ਕਹਿ ਸਕਦੇ। ਪਰ ਹਾਂ, ਜੋ ਕੁਝ ਪੰਜਾਬ ਦੇ ਵਿੱਚ ਵਾਪਰਦਾ ਪਿਆ ਔਰ ਜੋ ਕੁਝ ਘਟਨਾਵਾਂ ਵਾਪਰਦੀਆਂ ਪਈਆਂ ਨੇ ਔਰ ਬੀਜੇਪੀ ਦੀ ਜੋ ਮੌਜੂਦਾ ਸਥਿਤੀ ਹੈਗੀ ਜਾਂ ਬੀਜੇਪੀ ਵੱਲੋਂ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਪਹਿਲਾਂ ਦਲਿਤ ਕਾਰਡ ਖੇਡਿਆ ਗਿਆ, ਉਹਦੇ ਆਧਾਰ ਤੇ ਸਿੱਧੂ ਸਾਹਿਬ ਮੈਂ ਇਹ ਕਹਿ ਸਕਦਾ ਕਿ ਸ਼ਾਇਦ ਨਹੀਂ, ਚਲੋ ਕਿਉਂਕਿ ਜਿੰਨਾ ਚਿਰ ਇਹ ਪਾਰਟੀ ਨਹੀਂ ਕਹਿੰਦੀ ਉਹਨਾਂ ਚਿਰ ਤਾਂ ਆਪਾਂ ਇਸ ਗੱਲ ਨੂੰ ਸੰਭਾਵੀ ਤੌਰ ਤੇ ਕਹਿ ਸਕਦੇ ਹਾਂ। ਤਾਂ ਹੋ ਸਕਦਾ ਕਿ ਭਾਜਪਾ ਜਿਹੜੀ ਇਸੇ ਕਾਰਡ ਨੂੰ ਵਰਤ ਰਹੀ ਹੋਵੇ। ਮੇਰੀ ਆਪਣੀ ਪਹਿਲੀ ਗੱਲ ਦਾ ਸਮਰਥਨ ਇਹਨਾਂ ਦੇ ਪਿਛਲੀ ਟਰਮ ਦੇ ਵਿੱਚ ਵੀ ਮੰਤਰੀ ਇੱਕ ਐਸਸੀ ਨੂੰ ਬਣਾਇਆ ਗਿਆ ਤੇ ਇਸ ਸਰਕਾਰ ਦੇ ਵਿੱਚ ਵੀ ਮੰਤਰੀ ਇੱਕ ਐਸਸੀ ਸੋਮ ਪ੍ਰਕਾਸ਼ ਨੂੰ ਹੀ ਬਣਾਇਆ ਗਿਆ। ਨਹੀਂ, ਮੈਂ ਉਧਰ ਹੀ ਆਉਣ ਲੱਗਾ ਸਾਂ। ਤੁਸੀਂ ਸੋਮ ਪ੍ਰਕਾਸ਼ ਉਹਨਾਂ ਦੀ ਨਾਲ ਗੱਲ ਨਾ ਕਰੋ, ਤੁਸੀਂ ਵਿਜੇ ਸਾਪਲਾ ਦੀ ਗੱਲ ਕਰੋ। ਵਿਜੇ ਸਾਪਲਾ ਵੀ ਉਸ ਵਰਗ ਦਾ ਹੁਸ਼ਿਆਰਪੁਰ ਤੋਂ ਉਸ ਗੱਲ ਦੀ ਜਿਹੜੀ ਪਿਛਲੀ ਟਰਮ ਦੇ ਵਿੱਚ ਮੰਤਰੀ ਸੀ, ਇਸ ਮੰਤਰੀ ਦੇ ਵਿੱਚ ਇਹ ਸੀ, ਮਤਲਬ ਉਹ ਨੁਮਾਇੰਦਗੀ ਕਰਦੇ ਸਨ। ਮਤਲਬ ਮੈਂ ਇਹੋ ਗੱਲ ਕਹਿ ਰਿਹਾ ਕਿ ਭਾਜਪਾ ਬਿਲਕੁਲ ਇਸ ਕਾਰਡ ਨੂੰ ਲੈ ਕੇ ਚੱਲਦੀ ਪਈ ਹੈ ਕਿ ਦਲਿਤ ਵੋਟਰਾਂ ਨੂੰ ਲਭਾਉਣ ਦੇ ਚੱਕਰ ਦੇ ਵਿੱਚ ਤੁਸੀਂ ਇਹਨੂੰ ਕੇਵਲ ਔਰ ਕੇਵਲ ਦਲਿਤ ਵਰਗ ਦੇ ਚੌਕਠੇ 'ਚ ਰੱਖ ਕੇ ਭਾਜਪਾ ਦੀ ਇਸ ਰਣਨੀਤੀ ਨੂੰ ਤੁਸੀਂ ਨਾ ਵੇਖੋ। ਜੇਕਰ ਤੁਸੀਂ ਨੀਜ਼ ਨਾ ਵੇਖੋ ਕਿ ਭਾਜਪਾ ਦਾ ਜਿਹੜਾ ਮੇਨ ਏਜੰਡਾ ਰਿਹਾ ਉਹ ਹਿੰਦੂ ਧਰਮ ਦਾ ਕਾਰਡ ਜਿਹੜਾ ਧਰੂਵੀਕਰਨ, ਅਸੀਂ ਕਹਿੰਦੇ ਵੋਟਾਂ ਦਾ ਧਰੂਵੀਕਰਨ ਦਾ ਰਿਹਾ। ਹੁਣ ਪੰਜਾਬ ਦੇ ਵਿੱਚ ਜਿਹੜੀ ਸਥਿਤੀ ਹੈ ਉਹ ਧਰੂਵੀਕਰਨ ਦੀ ਜਿਹੜੀ ਆ ਉਹ ਸ਼ਾਇਦ ਨਹੀਂ ਬਣਦੀ, ਤਾਂ ਭਾਜਪਾ ਕੋਲ ਜਿਹੜਾ ਇੱਕ ਕਾਰਡ ਜਿਹੜਾ ਹੈ ਉਹ ਦਲਿਤ ਵਰਗ ਦਾ ਹੀ ਬਣਦਾ, ਕਿਉਂਕਿ ਉਹਨਾਂ ਨੂੰ ਪਤਾ ਕਿ 35% ਜਿਹੜੀਆਂ ਵੋਟਾਂ ਨੇ ਉਹ ਭਾਜਪਾ ਦਲਿਤ ਵਰਗ ਦੀਆਂ ਨੇ, ਉਹ ਕਿਸੇ ਪਾਸੇ ਵੀ ਸਥਿਤੀ ਨੂੰ ਬਦਲ ਸਕਦੀਆਂ ਨੇ। ਔਰ ਦੂਜੇ ਪਾਸੇ ਇੰਟਰਸਟਿੰਗ ਗੱਲ ਇਹ ਆ ਕਿ ਹਰ ਪਾਰਟੀ ਜਿਹੜੀ ਹੈ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ ਜਾਂ ਕੋਈ ਹੋਰ ਪਾਰਟੀ, ਬਹੁਜਨ ਸਮਾਜ ਪਾਰਟੀ, ਸਾਰਿਆਂ ਦੀ ਜਿਹੜੀ ਟੇਕ ਹੈ ਉਹ ਦਲਿਤ ਵਰਗ ਤੇ ਹੁੰਦੀ ਹੈ। ਇਹ ਤੁਸੀਂ ਭਾਜਪਾ ਦੀ ਅਸੀਂ ਗੱਲ ਕਰ ਦਿੱਤੀ ਕਿ ਭਾਜਪਾ ਦਲਿਤ ਵਰਗ ਨੂੰ ਖੇਡ ਰਹੀ ਹੈ, ਪਰ ਜਿਹੜਾ ਅਸਲ ਨਿਸ਼ਾਨਾ ਹੈ, ਭਾਜਪਾ ਬਹੁਤ ਦਿਸ਼ਾਵੀ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਸ ਵੇਲੇ ਕੰਮ ਕਰ ਰਹੀ ਹੈ। ਅੱਜ ਤੋਂ 3 ਦਿਨ ਪਹਿਲਾਂ ਇੱਕ ਬਠਿੰਡਾ ਦੇ ਵਿੱਚ ਕੀਤੀ ਗਈ ਅਰਦਾਸ ਦੀ ਬੜੀ ਚਰਚਾ ਕਿ ਇੱਕ ਨਿਹੰਗ ਸਿੰਘ ਨੇ ਬਾਣਾ ਪਾ ਕੇ ਗੁਰਦੁਆਰੇ 'ਚ ਜਿਹੜੀ ਅਰਦਾਸ ਕੀਤੀ ਔਰ ਅਰਦਾਸ ਕੀਤੀ ਕਿ ਨਰਿੰਦਰ ਮੋਦੀ ਨੂੰ ਦੇਹ ਰੋਗਤਾ ਬਖਸ਼ਣਾ, ਜਿਹੜਾ ਇੱਕ ਦਲਿਤ ਵਰਗ ਦਾ ਮੁੱਖ ਮੰਤਰੀ ਬਣਾਉਣ ਦਾ ਬਲ ਬਖਸ਼ਣਾ, ਫਾਈਨਾਂਸ ਖਾਲੀ ਆ, ਖਜ਼ਾਨਾ ਮੰਤਰੀ ਨੂੰ ਬੁੱਧ ਬਖਸ਼ਣੀ, ਔਰ ਨਾਲ ਹੀ ਨਾਲ ਉਹ ਡਾਕਟਰ ਰਾਮ ਰਹੀਮ ਦੀ ਰਿਹਾਈ ਦੀ ਗੱਲ ਕਰ ਰਿਹਾ। ਪਤਾ ਨਹੀਂ ਡਾਕਟਰ ਕਿਵੇਂ ਬਣ ਗਿਆ, ਡਾਕਟਰ ਉਹਨੇ ਕਿਹੜਾ ਐਮਬੀਬੀਐਸ, ਨਹੀਂ ਮੈਂ ਉਹੀ ਗੱਲ ਪਤਾ ਨਹੀਂ ਡਾਕਟਰ ਕਿੱਥੋਂ ਬਣ ਗਿਆ ਐਮਬੀਬੀਐਸ ਡਿਗਰੀ ਕਿੱਥੋਂ ਲਈ, ਪਰ ਉਹ ਡਾਕਟਰ ਕਹਿ ਰਿਹਾ। ਅੱਛਾ, ਉਹਦੀ ਇੱਕ ਇੰਟਰਵਿਊ ਨਹੀਂ ਆਈ
ਆ ਜਿਹੜੀ ਅਰਦਾਸ ਜਿਹੜੀ ਇੱਕ ਨਹੀਂ ਆਈ, ਉਸ ਤੋਂ ਮਗਰੋਂ ਉਹਨੇ ਇੱਕ ਹੋਰ ਚੈਨਲ ਕੱਲਾ ਆਣ ਕੇ ਵੀ ਆਪਣੀ ਇੱਕ ਇੰਟਰਵਿਊ ਦਿੱਤੀ, ਔਰ ਇੱਕ ਅਰਦਾਸ ਉਹਦੀ ਇੱਕ ਹੋਰ ਸਾਹਮਣੇ ਆਈ ਆ, ਉਹਦੇ ਵਿੱਚ ਵੀ ਉਹ ਨਰਿੰਦਰ ਮੋਦੀ ਦੀ ਦੇਹ ਆਰੋਪਤਾ ਔਰ ਉਹਦੀ ਸਰਕਾਰ ਦੀ ਗੱਲ ਕਰ ਰਿਹਾ। ਹੁਣ ਤੁਸੀਂ ਦੇਖੋ ਕਿ ਇਹ ਜੋ ਕੁਝ ਹੋਇਆ, ਉਹਨੇ ਅਰਦਾਸ ਕੀਤੀ, ਅਗਲੇ ਦਿਨ ਜਿਹੜਾ ਰਾਮ ਰਹੀਮ ਵਾਲਾ ਸੱਚੇ ਸੌਦੇ ਵਾਲਾ ਸਾਧ ਆ ਉਹਨੂੰ ਪੈਰੋਲ ਮਿਲਦੀ ਹੈ। ਹੁਣ ਇਹ ਜਿਹੜੀਆਂ ਘਟਨਾਵਾਂ ਨੇ, ਇਹ ਘਟਨਾਵਾਂ ਕਿਸ ਤਰ੍ਹਾਂ ਜੁੜਦੀਆਂ ਨੇ? ਇਹ ਘਟਨਾਵਾਂ ਇਸੇ ਤਰੀਕੇ ਨਾਲ ਜੁੜਦੀਆਂ ਕਿਉਂਕਿ ਬਠਿੰਡੇ ਦੇ ਏਰੀਏ ਦੇ ਵਿੱਚ ਡੇਰਾ ਪ੍ਰੇਮੀਆਂ ਦਾ ਬੜਾ ਪ੍ਰਭਾਵ ਹੈਗਾ, ਔਰ ਬੀਜੇਪੀ ਦੀ ਜਿਹੜੀ ਹਾਲਤ ਤੁਸੀਂ ਪਹਿਲਾਂ ਆਪਣੀ ਭੂਮਿਕਾ 'ਚ ਕਹੀ ਕਿ ਵੈਂਟੀਲੇਟਰ ਤੇ ਲੱਗੀ ਆ, ਬੀਜੇਪੀ ਨੂੰ ਪਤਾ ਕਿ ਇਸ ਵਕਤ ਪੰਜਾਬ ਦੇ ਵਿੱਚ ਉਹਨਾਂ ਦੀ ਜਿਹੜੀ ਸਥਿਤੀ ਆ ਉਹ ਬਿਲਕੁਲ ਖਤਮ ਹੋ ਚੁੱਕੀ ਆ। ਪਰ ਇਸ ਸਭ ਦੇ ਬਾਵਜੂਦ ਜਿਹੜੇ ਬੀਜੇਪੀ ਦੇ ਮੰਤਰੀ ਰਹਿ ਚੁੱਕੇ ਨੇ, ਉਹਨਾਂ ਦੇ ਪੁਰਾਣੇ ਐਮਐਲਏ ਜਾਂ ਉਹਨਾਂ ਦੇ ਲੀਡਰ ਪੱਟਾਂ ਤੇ ਥਾਪੀਆਂ ਮਾਰ ਕੇ ਇਹ ਗੱਲ ਕਹਿੰਦੇ ਨੇ ਕਿ 117 ਸੀਟਾਂ ਤੇ ਹੀ ਲੜਨਾ, ਤੁਸੀਂ ਸਮਾਂ ਆ ਲੈਣ ਦਿਓ, ਸਰਕਾਰ ਵੀ ਬਣਾਉਣੀ ਆ। ਹੁਣ ਜੇਕਰ ਬੰਦਾ ਉਹ ਦਾਅਵੇ ਕਰ ਰਿਹਾ, ਔਰ ਦੂਜੇ ਪਾਸੇ ਦੇਖੋ ਉਹਨਾਂ ਕੋਲ ਸੈਂਟਰ ਦੀਆਂ ਸਾਰੀਆਂ ਏਜੰਸੀਆਂ ਉਹਨਾਂ ਦੇ ਥੱਲੇ ਕੰਮ ਕਰਦੀਆਂ। ਅਮਿਤ ਸ਼ਾਹ ਨੂੰ ਭਾਰਤੀ ਰਾਜਨੀਤੀ ਦਾ ਅਜੋਕਾ ਚਾਂਕੀਆ ਕਿਹਾ ਜਾਂਦਾ, ਆਖਰ ਉਹ ਵੀ ਨੈਸ਼ਨਲ ਪੱਧਰ ਦੀ ਪਾਰਟੀ, ਚੁੱਪ ਕਰਕੇ ਤੇ ਉਹ ਬੈਠੇ ਨਹੀਂ, ਕੁਝ ਨਾ ਕੁਝ ਤਾਂ ਉਹਨਾਂ ਵੱਲੋਂ ਵੀ ਤਿਆਰੀ ਹੈ, ਕੁਝ ਨਾ ਕੁਝ ਉਹਨਾਂ ਵੱਲੋਂ ਵੀ ਤਾਂ ਕੁਝ ਹੋ ਹੀ ਰਿਹਾ। ਵੱਡੇ ਲੀਡਰ ਕਿ ਦੇਖਦੇ ਜਾਓ 2022 ਦੇ ਵਿੱਚ ਕਰਨੀ ਕੀ ਆ, ਕਿਹੜੇ ਕਿਹੜੇ ਪੱਤੇ ਤੇ ਕਿਹੜੀ ਕਿਹੜੀ ਤਾਕਤ ਵਰਤਣੀ। ਬਿਲਕੁਲ, ਹੁਣ ਉਹਨਾਂ ਨੇ ਪੱਤੇ ਜਿਹੜੇ ਉਹ ਖੇਡਣੇ ਸ਼ੁਰੂ ਕੀਤੇ ਨੇ, ਔਰ ਸਭ ਤੋਂ ਵੱਡਾ ਜਿਹੜਾ ਪੱਤਾ ਆ ਉਹਨਾਂ ਨੇ ਰਾਮ ਰਹੀਮ ਦਾ ਖੇਡਿਆ। ਰਾਮ ਰਹੀਮ ਨੂੰ ਬਾਹਰ ਲਿਆਂਦਾ, ਰਾਮ ਰਹੀਮ ਨੂੰ 48 ਘੰਟੇ ਦੀ ਪੈਰੋਲ ਮਿਲੀ, ਤਾਂ 12 ਘੰਟਿਆਂ ਬਾਅਦ ਉਹ ਮਤਲਬ 12 ਘੰਟਿਆਂ ਬਾਅਦ ਉਹ ਵਾਪਸ ਚਲਾ ਜਾਂਦਾ। ਪਹਿਲਾਂ ਉਹਨੂੰ 12 ਘੰਟਿਆਂ ਦੀ ਮਿਲੀ, 6 ਘੰਟਿਆਂ 'ਚ ਉਹ ਵਾਪਸ ਚਲਾ ਗਿਆ। ਔਰ ਇਹਦੇ ਨਾਲ ਕੀ ਹੈ, ਬਟ ਉਹ ਡੇਰਾ ਪ੍ਰੇਮੀਆਂ ਦੀ ਵੋਟ ਨੂੰ ਜਿਹੜੀ ਮਾਲਵੇ ਦੇ ਖੇਤਰ ਦੇ ਵਿੱਚ ਆ ਉਹਨੂੰ ਪ੍ਰਭਾਵਿਤ ਕਰਨ ਦਾ ਉਹ ਯਤਨ ਕਰਨਗੇ। ਦੋ ਚੀਜ਼ਾਂ ਨੇ, ਉਸ ਤਾਂ ਭਾਵੇਂ ਇਸ ਚੀਜ਼ ਵੱਲ ਧਿਆਨ ਜਾਂਦਾ ਭਾਵੇਂ ਨਾ ਜਾਂਦਾ, ਪਰ ਉਸ ਬਠਿੰਡੇ ਦੇ ਉਸ ਗ੍ਰੰਥੀ ਵੱਲੋਂ ਅਰਦਾਸ ਕਰਨੀ, ਦੂਜੇ ਦਿਨ ਬਾਬੇ ਨੂੰ ਪੈਰੋਲ ਮਿਲਣੀ, ਔਰ ਉਸ ਤੋਂ ਬਾਅਦ ਬਠਿੰਡੇ ਦੇ ਕੁਝ ਬੀਜੇਪੀ ਲੀਡਰਾਂ ਵੱਲੋਂ ਡੀਸੀ ਦਫ਼ਤਰ ਜਾ ਕੇ ਉਸ ਗ੍ਰੰਥੀ ਦੀ ਗ੍ਰਿਫਤਾਰੀ ਦਾ ਵਿਰੋਧ ਕਰਨਾ, ਇਹ ਸਭ ਕੁਝ ਇਹੋ ਹੀ ਦਰਸਾਉਂਦਾ ਕਿ ਇਹ ਇਸ ਵੇਲੇ ਜਿਹੜੀ ਭਾਜਪਾ ਆ ਬੜੀ ਇੱਕ ਸੋਚੀ ਸਮਝੀ ਰਣਨੀਤੀ ਦੇ ਤਹਿਤ ਆਪਣੇ ਪੰਜਾਬ ਦੀ ਚੋਣਾਂ ਵੱਲ ਵੱਧ ਰਹੀ ਆ, ਚੋਣਾਂ ਨੂੰ ਲੜਨ ਵਾਸਤੇ, ਪੰਜਾਬ ਦੀ ਸੱਤਾ ਦੀ ਪ੍ਰਾਪਤੀ ਵਾਸਤੇ। ਹੁਣ ਇੱਕ ਗੱਲ ਹੋਰ ਕਰਦਾ ਵਾਂ, ਜੇਕਰ ਬੀਜੇਪੀ ਇਹੋ ਕਾਰਡ ਨੂੰ ਲੈ ਕੇ ਪੰਜਾਬ ਦੇ ਵਿੱਚ ਵੋਟਾਂ ਲੜਦੀ ਆਪਣੇ ਸਿਰ ਤੇ, ਤਾਂ ਹੁਣ ਸੀਟਾਂ ਉਹਦੀਆਂ ਦੋ ਨਹੀਂ ਰਹਿਣਗੀਆਂ, ਉਸ ਦੀਆਂ ਸੀਟਾਂ ਦੀ ਜਿਹੜੀ ਸਥਿਤੀ ਹੈ ਉਹ ਬਦਲੇਗੀ, ਕਿਉਂਕਿ ਸਮੁੱਚਾ ਦੁਆਬੇ ਦਾ ਜਿਹੜਾ ਜਲੰਧਰ ਲੋਕ ਸਭਾ ਹਲਕਾ ਹੈ। ਇਹ ਵੀ ਮਾਫ ਕਰਨਾ, ਮੈਂ ਤੁਸੀਂ ਉੱਥੇ ਰੋਕ ਕੇ ਰੱਖਣਾ, ਇੱਥੋਂ ਗੱਲ ਤੁਸੀਂ ਸ਼ੁਰੂ ਕਰਿਓ। ਇਹ ਵੀ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ 2022 ਦੀਆਂ ਵੋਟਾਂ ਦੇ ਨੇੜੇ ਜਿਹੜੇ ਬਾਬੇ ਨੂੰ ਇਹਨਾਂ ਦੇ ਵੱਲੋਂ ਜੇਲ੍ਹ ਚੋਂ ਬਾਹਰ ਹੀ ਲਿਆਂਦਾ ਜਾਵੇ ਛੁੱਟੀ ਤੇ, ਕਿਉਂਕਿ ਜਿਸ ਤਰੀਕੇ ਦੇ ਨਾਲ 2-3 ਵਾਰੀ ਪੈਰੋਲ ਦੇ ਕੇ ਸਮੇਂ ਤੋਂ ਪਹਿਲਾਂ ਹੀ ਅੰਦਰ ਭੇਜ ਦਿੱਤਾ ਜਾਂਦਾ ਹੈ ਤੇ ਇਹ ਕਿਹਾ ਜਾਵੇ ਬਾਬਾ ਕਾਨੂੰਨ ਦਾ ਬੜਾ ਪੱਕਾ ਭਾਈ, ਹੁਣ ਤਾਂ ਇਹਨੂੰ ਲੰਬੀ ਛੁੱਟੀ ਵੀ ਦੇ ਸਕਦੇ ਆ, ਬਾਬਾ ਮੁੜੇ ਆਊਗਾ। ਉਸ ਤਰੀਕੇ ਦੇ ਨਾਲ ਜਦੋਂ ਚੋਣਾਂ ਹੋਣਗੀਆਂ ਪੰਜਾਬ ਦੇ ਅੰਦਰ, ਪੰਜਾਬ ਦੇ 40 ਹਲਕਿਆਂ ਦੇ ਵਿੱਚ ਜਿਹੜੇ ਬਾਬੇ ਦੇ ਪ੍ਰੇਮੀ ਬੈਠੇ ਆ, ਉਹਨਾਂ ਨੂੰ ਲੁਭਾਉਣ ਦੇ ਲਈ ਉਹਨਾਂ ਦਿਨਾਂ ਦੇ ਵਿੱਚ ਬਾਬੇ ਨੂੰ ਲੰਬੀ ਛੁੱਟੀ ਤੇ ਬਾਹਰ ਵੀ ਲਿਆਂਦਾ ਜਾ ਸਕਦਾ। ਇਹ ਵੀ ਤਿਆਰੀ ਚੱਲਦੀ ਹੋ ਸਕਦੀ ਹੈ ਇਹ ਬਾਰ-ਬਾਰ ਪੈਰੋਲ ਮਿਲਣ ਦੇ ਪਿੱਛੇ, ਕਿ ਬਾਬਾ ਭਾਈ ਬਹੁਤ ਪੱਕਾ ਕਾਨੂੰਨ ਦਾ ਪੈਰੋਲ 48 ਘੰਟੇ ਦੀ, ਬਾਬਾ 14 ਘੰਟਿਆਂ ਦੀ ਵਾਪਸ ਆ ਜਾਂਦਾ, ਬਾਬਾ ਟਾਈਮ ਤੇ ਵਾਪਸ ਆ ਜਾਂਦਾ, ਕਾਨੂੰਨ ਦਾ ਪੱਕਾ। ਇਹ ਵੀ ਕਿਤੇ ਨਾ ਕਿਤੇ ਹੋ ਸਕਦਾ। ਇੱਕ ਤੁਸੀਂ ਜਿਸ ਤਰੀਕੇ ਨਾਲ ਆਪਣੀ ਕਈ ਵਾਰੀ ਗੱਲਬਾਤ 'ਚ ਵਰਤਦੇ ਹੁੰਦੇ, ਸ਼ਬਦ ਵਰਤਦੇ ਹੁੰਦੇ ਥਰਮਾਮੀਟਰ, ਕਿ ਥਰਮਾਮੀਟਰ ਲਾ ਕੇ ਜਿਹੜੀ ਹਾਈਕਮਾਨ ਆ ਉਹ ਵੇਖਦੀ ਹੈ ਸਥਿਤੀ। ਬਿਲਕੁਲ ਤੁਹਾਡੀ ਗੱਲ ਦਾ ਮੈਂ ਸਮਰਥਨ ਕਰਦਾ ਕਿ ਭਾਜਪਾ ਜਿਹੜੀ ਆ ਜਾਂ ਕੇਂਦਰ ਸਰਕਾਰ ਆ ਜਾਂ ਕੋਈ ਵੀ, ਉਹ ਬਾਬੇ ਦੀ ਇਸ ਸਥਿਤੀ ਨੂੰ ਉਹ ਥਰਮਾਮੀਟਰ ਲਾ ਕੇ ਚੈੱਕ ਕਰ ਰਹੀ ਆ ਕਿ ਹਾਂ ਜਥੇਬੰਦੀਆਂ 'ਚ ਇਹਦਾ ਵਿਰੋਧ ਹੁੰਦਾ, ਕਿ ਸਿੱਖ ਜਥੇਬੰਦੀਆਂ ਇਹਦੇ ਵਿਰੋਧ 'ਚ ਖੜਦੀਆਂ, ਜਾਂ ਬਾਬੇ ਦੀ ਜਿਹੜੀ ਸਥਿਤੀ ਹੈ ਕਾਨੂੰਨ ਦੇ ਸਾਹਮਣੇ ਕਿਸ ਤਰੀਕੇ ਨਾਲ ਅਸੀਂ ਮਜ਼ਬੂਤ ਕਰਕੇ ਪੇਸ਼ ਕਰਨੀ ਆ, ਤਾਂ ਜੋ ਬਾਬਾ ਜਦੋਂ ਬਾਹਰ ਆਵੇ ਔਰ ਉਹਦਾ ਵੋਟਾਂ ਦਾ ਜਿਹੜਾ ਪ੍ਰਭਾਵ ਪਵੇ। ਦੇਖੋ ਇੱਕ ਗੱਲ ਮੈਂ ਹੋਰ ਕਹਿਣਾ ਕਿ ਇਸ ਵੇਲੇ ਜਦੋਂ ਬਾਬੇ ਨੂੰ ਉਹ ਬਾਹਰ ਜੇਕਰ ਆਉਂਦਾ, ਤਾਂ ਬਾਬਾ ਉਸ ਤਰੀਕੇ ਨਾਲ ਜਿਸ ਤਰ੍ਹਾਂ ਉਹਦਾ ਸਿਆਸੀ ਵਿੰਗ ਪਹਿਲਾਂ ਕਿਸੇ ਪਾਰਟੀ ਦੇ ਹੱਕ ਦੇ ਵਿੱਚ ਅਮਦਾਦ ਕਰਦਾ ਰਿਹਾ, ਐਰਕਾ ਸਿਆਸੀ ਵਿੰਗ ਜਿਹੜਾ ਇਸ ਚੀਜ਼ ਤੋਂ ਕਰਨ ਤੋਂ ਗੁਰੇਜ਼ ਕਰੇਗਾ। ਗੁਰੇਜ਼ ਤਾਂ ਕਰਕੇ ਕਰੇਗਾ ਕਿਉਂਕਿ ਸਥਿਤੀਆਂ ਜਿਹੜੀਆਂ ਨੇ ਹੁਣ ਪਹਿਲਾਂ ਵਾਲੀਆਂ ਨਹੀਂ ਰਹੀਆਂ, ਤਾਂ ਇਹ ਲਿਆਉਂਦਾ ਉਹਨਾਂ ਦਾ ਯਤਨ ਹੈਗਾ। ਕਿਉਂਕਿ ਵੇਖੋ ਭਾਜਪਾ ਨੇ ਹਰ ਸੂਰਤ ਦੇ ਵਿੱਚ ਸਾਮ ਦਾਮ ਦੰਡ ਭੇਦ ਦੀ ਨੀਤੀ ਨੂੰ ਅਪਣਾ ਕੇ ਉਹਨਾਂ ਨੇ ਚੋਣਾਂ ਲੜਦੀਆਂ ਨੇ, ਔਰ ਹਰ ਕੋਸ਼ਿਸ਼ ਇਹ ਹੋਣੀ ਆ ਕਿ ਪੰਜਾਬ ਦੇ ਵਿੱਚ ਇੱਕ ਮਜ਼ਬੂਤ ਧਿਰ ਜਿਹੜੀ ਆ ਉਹ ਬਣ ਕੇ ਸਾਹਮਣੇ ਆਵੇ। ਸਿੱਧੂ ਸਾਹਿਬ ਇੱਕ ਗੱਲ ਮੈਂ ਹੋਰ ਕਹਾਂ ਕਿ ਤੁਸੀਂ ਕਿਸਾਨ ਅੰਦੋਲਨ ਦੀ ਗੱਲ ਕਰਦੇ ਜੇ ਕਿ ਕਿਸਾਨ ਅੰਦੋਲਨ ਨੂੰ ਕਰਕੇ ਭਾਜਪਾ ਦੀ ਜਿਹੜੀ ਸਥਿਤੀ ਹੈ ਬੜੀ ਕਮਜ਼ੋਰ ਹੋਈ ਹੈ। ਬਿਲਕੁਲ ਕੋਈ ਸ਼ੱਕ ਨਹੀਂ ਹੈ ਕਿ ਕਿਸਾਨ ਅੰਦੋਲਨ ਕਰਕੇ ਜਿਹੜੀ ਭਾਜਪਾ ਬੈਕਫੁੱਟ ਤੇ ਚਲਕੀ ਖਤਮ ਹੋ ਗਿਆ ਉਹਦਾ ਵਜੂਦ। ਠੀਕ ਹੈ ਜੀ, ਇਹ ਗੱਲ ਸਾਰੇ ਸਹਿਮਤ ਹਾਂ, ਪਰ ਸਿੱਧੂ ਸਾਹਿਬ ਇਸ ਗੱਲ ਨੂੰ ਵੀ ਤੁਸੀਂ ਧਿਆਨ ਨਾਲ ਸਮਝਣ ਦਾ ਯਤਨ ਕਰਨਾ ਕਿ ਜੇਕਰ ਵੋਟਾਂ ਦੇ ਨੇੜੇ ਬੀਜੇਪੀ ਕੋਈ ਇਹੋ ਜਿਹਾ ਫੈਸਲਾ ਲੈ ਕੇ
ਜਿਹੜੇ ਕਿਸਾਨ ਨੇ ਉਹਨਾਂ ਨੂੰ ਉੱਥੋਂ ਠੰਦੀ ਹੈ ਇੱਕ ਦੋ ਮੰਗਾਂ ਮੰਨ ਕੇ, ਤੇ ਫਿਰ ਸਥਿਤੀ ਕੀ ਹੋਵੇਗੀ। ਔਰ ਦੂਸਰੇ ਬੰਨੇ ਇੱਕ ਹੋਰ ਗੱਲ ਮੈਂ ਦੱਸਦਾ ਕਿ ਇਹ ਜਿਹੜੇ ਕਿਸਾਨ ਤੁਸੀਂ ਕਹਿ ਰਹੇ ਜੇ ਨਾ, ਅਸੀਂ ਜਿਨ੍ਹਾਂ ਕਿਸਾਨਾਂ ਦੀ ਗੱਲ ਕਰਦੇ ਹਾਂ ਕਿ ਕਿਸਾਨ ਦਿੱਲੀ ਬਾਰਡਰ ਤੇ ਬੈਠੇ ਆ, ਦਿੱਲੀ ਬਾਰਡਰ ਤੇ ਬੈਠੇ ਆ, ਮੇਰੀ ਜੱਜ ਇਹ ਅੰਬਾਲੇ ਤੋਂ ਜਦੋਂ ਦੂਰ ਚਲੇ ਜਾਂਦੇ ਉਹ ਉਦੋਂ ਕਿਸਾਨ ਆ, ਜਦੋਂ ਇੱਧਰ ਆ ਜਾਂਦੇ ਨੇ ਫਿਰ ਇਹਨਾਂ ਦੇ ਵਿੱਚ ਵੀ ਅੱਧੇ ਕਾਂਗਰਸੀ ਨੇ, ਅੱਧੇ ਅਕਾਲੀ ਨੇ, ਅੱਧੇ ਕਿਸੇ ਪਾਰਟੀ ਦੇ ਨੇ। ਔਰ ਜਦੋਂ ਆਪਣੇ ਪੰਜਾਬ ਦੀ ਧਰਤੀ ਦੇ ਵਿੱਚ ਆ ਜਾਂਦੇ ਉਦੋਂ ਕਿਸਾਨ ਨਹੀਂ ਰਹਿ ਜਾਂਦੇ, ਉਦੋਂ ਫਿਰ ਇਹਨਾਂ ਦਾ ਪਾਰਟੀ ਦਾ ਛਾਪਾ ਲੱਗਦਾ। ਉਹੀ ਕੈਪਟਨ ਜਿਹੜੇ ਪਿੰਡ ਦੇ ਕੈਪਟਨ ਦੇ ਬਾਦਲ, ਉਹਨਾਂ ਦੇ ਮਗਰ ਲੱਗ ਕੇ ਇਹ ਅਕਾਲੀ ਕਾਂਗਰਸੀ ਬਣਦੇ। ਉਹੀ ਗੱਲ ਕਹਿ ਰਿਹਾ, ਫਿਰ ਅਕਾਲੀ ਪਾਰ ਵਾਲਾ ਹੀ ਆ, ਆਪਦੇ ਪਿੰਡਾਂ ਚ ਆ ਕੇ ਇਨਕਲਾਬ ਖਤਮ ਹੋ ਜਾਂਦਾ। ਮੈਂ ਉਹੀ ਗੱਲ ਕਰਾਂ ਕਿ ਇਹ ਜੇ ਇਨਕਲਾਬ ਜਿਹੜਾ ਨਾ ਕਿਸਾਨਾਂ ਦਾ ਇਨਕਲਾਬ, ਕਿਸਾਨ ਜਿਹਨੂੰ ਅਸੀਂ ਕਹਿੰਦੇ ਆ, ਉਹ ਅੰਬਾਲੇ ਤੋਂ ਪਾਰ ਨੇ ਜਦੋਂ ਇੱਧਰੋਂ ਆਉਣਾ, ਇੱਧਰ ਤੇ ਵਿਚਾਰੇ ਫਿਰ ਉਹ ਵੋਟਰ ਨੇ ਜਿਨ੍ਹਾਂ ਨੂੰ ਕਦੇ ਕੋਈ ਨੀਲੀਆਂ ਪੱਗਾਂ ਵਾਲਾ ਵਰਤ ਲੈਂਦਾ, ਕੋਈ ਚਿੱਟੀਆਂ ਵਾਲਾ ਵਰਤ ਲੈਂਦਾ। ਤੇ ਜੇਕਰ ਉਹ ਦੋ ਨੀਲੀਆਂ ਤੇ ਚਿੱਟੀਆਂ ਵਾਲੇ ਵਰਤਣਗੇ ਤੇ ਕੀ ਜਿਹੜੇ ਪੰਜਾਬ ਭਾਜਪਾ ਵਾਲੇ ਇਹ ਨਾ ਵਰਤਣਗੇ? ਇਹਨਾਂ ਕੋਲ ਕਿਹੜਾ ਫੰਡਾ ਨਹੀਂ ਹੈ। ਜਿਹੜੇ ਕਿਸਾਨਾਂ ਦੇ ਨਾਲ ਜਿਹੜੇ ਮਜ਼ਦੂਰ ਗਏ ਨੇ, ਔਰ ਮਜ਼ਦੂਰ ਤਬਕਾ ਕਿਹੜਾ ਆ? ਮਜ਼ਦੂਰ ਤਬਕਾ ਦਲਿਤ ਵਰਗ ਦਾ, ਤਾਂ ਦਲਿਤ ਵਰਗ ਦਾ ਤਾਂ ਕਾਰਡ ਸੁੱਟਣ ਡੇ ਆ। ਸੋ ਕਹਿਣ ਦਾ ਅਰਥ ਆ ਕਿ ਬੀਜੇਪੀ ਜਿਹੜੀ ਆ ਪੂਰੀ ਸੋਚੀ ਸਮਝੀ ਰਣਨੀਤੀ ਦੇ ਤਹਿਤ ਇਸ ਵੇਲੇ ਉਹ ਕੰਮ ਕਰਦੀ ਪਈ ਆ। ਔਰ ਦੇਖੋ ਜਿਹੜਾ ਉਹ ਬਾਬੇ ਦੇ ਉੱਤੇ ਜਿਹੜਾ ਜਿਹਨੇ ਗ੍ਰੰਥੀ ਨੂੰ ਅਰਦਾਸ ਕੀਤੀ ਉਹ ਫੜ ਕੇ ਪਰਚਾ ਦੇਣਾ, ਉਹ ਪਰਚਾ ਦੇਣ ਦੇ ਵਿਰੋਧ ਦੇ ਵਿੱਚ ਜਿਹੜਾ ਉੱਥੋਂ ਦੇ ਬੀਜੇਪੀ ਲੀਡਰ ਦਾ ਵਿਰੋਧ ਕਰਨਾ ਕੀ ਦਰਸਾਉਂਦਾ? ਇਹ ਦਰਸਾਉਂਦਾ ਕਿ ਬਾਬੇ ਨੇ ਜਿਹੜੀ ਅਰਦਾਸ ਕੀਤੀ, ਬਾਬੇ ਨੇ ਅਰਦਾਸ ਕੀਤੀ ਨਹੀਂ, ਬਾਬੇ ਕੋਲ ਅਰਦਾਸ ਜਿਹੜੀ ਕਰਵਾਈ ਗਈ। ਤੁਹਾਨੂੰ ਸ਼ਾਇਦ ਇਸ ਗੱਲ ਦਾ ਯਾਦ ਨਾ ਹੋਵੇ ਕਿ ਜਦੋਂ ਪੰਜਾਬ ਦੇ ਵਿੱਚ ਖਾੜਕੂ ਦੀ ਲਹਿਰ ਜਦੋਂ ਅਜੇ ਸ਼ੁਰੂ ਹੋਣੀ, ਤਾਂ ਉਸ ਵਕਤ ਦਰਬਾਰ ਸਾਹਿਬ ਦਾ ਜਿਹੜਾ ਮਾਡਲ ਸੀ, ਲੋਕ ਜਿਹੜਾ ਅੰਮ੍ਰਿਤਸਰ ਦਾ ਲੋਕ ਸਭਾ ਮੈਂਬਰ ਸੀ, ਨਾ ਆਪਾਂ ਉਹਦਾ ਕੀ ਲੈਣਾ, ਮਤਲਬ ਰਿਹਾ, ਉਹਨੇ ਉਹਦਾ ਤੋੜਿਆ ਸੀ, ਉਹ ਤਾਂ ਬਕਾਇਦਾ ਉਹਦੇ ਪਰਚਾ ਦਰਜ ਹੋਇਆ ਸੀ। ਔਰ ਬਾਅਦ ਦੇ ਵਿੱਚ ਉਹ ਜਾ ਕੇ ਵਾਜਪਾਈ ਦੀ ਸਰਕਾਰ ਦੇ ਵਿੱਚ ਉਹ ਉੱਥੋਂ MP ਚੁਣਿਆ ਗਿਆ। ਸੋ ਕਹਿਣ ਦਾ ਭਾਵ ਆ ਕਿ ਜਦੋਂ ਭਾਜਪਾ ਨੇ ਇਹੋ ਜਿਹਾ ਕੁਝ ਕਰਨਾ ਤਾਂ ਉਹ ਹਰ ਤਰੀਕੇ ਦੀ ਸਾਮ ਦਾਮ ਦੰਡ ਭੇਦ ਦੀ ਨੀਤੀ ਜਿਹੜੀ ਅਪਣਾਏਗੀ। ਹਾਂ, ਦੂਜਾ ਸਵਾਲ ਜਿੱਥੋਂ ਤੁਸੀਂ ਮੇਰਾ ਸਵਾਲ ਕੱਟਿਆ ਸੀ, ਮੈਂ ਆਪਣੇ ਸਵਾਲ ਤੇ ਉੱਥੇ ਆਉਣਾ। ਦੁਆਬੇ ਖੇਤਰ ਦੇ ਵਿੱਚ ਲੋਕ ਸਭਾ ਜਲੰਧਰ ਦਾ ਹਲਕਾ ਜਿਹੜਾ ਪੂਰਨ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ SC ਦੇ ਪ੍ਰਭਾਵ ਜਿਹੜਾ 9 ਵਿਧਾਨ ਸਭਾ ਦੇ ਹਲਕੇ ਨੇ, ਔਰ ਜਿਹੜੇ 4 ਹਲਕੇ ਨੇ ਉਹ ਸਿੱਧੇ ਜਿਹੜੇ ਨੇ ਰਿਜ਼ਰਵ ਹਲਕੇ ਨੇ। ਔਰ ਇਸ ਤੋਂ ਇਲਾਵਾ ਜਿੰਨੀਆਂ ਵੀ ਬਾਕੀ ਹਲਕੇ ਉੱਥੇ ਵੀ SC ਪ੍ਰਭਾਵ ਪੂਰਾ ਰੱਖਦਾ। ਜੇਕਰ ਉੱਥੇ ਔਰ ਦੂਜੇ ਪਾਸੇ ਉੱਥੇ ਡੇਰਾ ਬੱਲਾਂ ਵਾਲਿਆਂ ਦਾ ਵੀ ਹੈਗਾ, ਸੰਤਾਂ ਦਾ, ਉਹ ਵੀ ਜਿਹੜੀ ਕਿ ਬੜੀ, ਔਰ ਬੱਲਾਂ ਵਾਲਿਆਂ ਦੇ ਜਿਹੜੇ ਸੰਤ ਨੇ ਮੁਖੀ ਨੇ ਬੀਤੇ ਸਮੇਂ ਦੇ ਵਿੱਚ ਵਾਰਾਣਸੀ ਦੇ ਵਿੱਚ ਜਾ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਸਪੈਸ਼ਲ ਤੌਰ ਤੇ ਮਿਲ ਕੇ ਆਏ ਸੀ। ਇਹਦੇ ਤੋਂ ਕੀ ਸਿੱਟੇ ਨਿਕਲਦੇ ਨੇ? ਇਹਦੇ ਤੋਂ ਸਾਹਮਣੇ ਸਥਿਤੀਆਂ ਕੀ ਆਉਂਦੀਆਂ ਨੇ? ਸਥਿਤੀਆਂ ਇਹ ਆਉਂਦੀਆਂ ਨੇ ਕਿ ਜਿਹੜੀ ਭਾਜਪਾ ਹੈ ਇਸ ਵੇਲੇ ਉਸ ਦੀ ਟੇਕ ਧਰਮ ਤਾਂ ਹੈ ਹੀ, ਉਹ ਇਸ ਵੇਲੇ ਹਿੰਦੂ ਜਿਹੜੀ ਦਲਿਤ ਵਰਗ ਦੀ ਆੜ ਦੇ ਵਿੱਚ, ਇਸ ਗੱਲ ਨੂੰ ਯਾਦ ਰੱਖਣਾ, ਦਲਿਤ ਵਰਗ ਦੀ ਆੜ ਦੇ ਵਿੱਚ ਉਹ ਹਿੰਦੂ ਧਰਮ ਦਾ ਕਾਰਡ ਜਿਹੜਾ ਹਿੰਦੂਜ਼ਮ ਦਾ ਹਿੰਦੂ ਧਰਮ ਦਾ ਕਾਰਡ ਖੇਡਣ ਦੇ ਯਤਨਾਂ ਵਿੱਚ ਹੈਗਾ। ਹਿੰਦੂ ਧਰਮ ਦਾ ਕਾਰਡ ਖੇਡੇ ਨਾ ਖੇਡੇ, ਕਿਉਂਕਿ ਇੱਕ ਗੱਲ ਹੋਰ ਕਰਦੀ ਹੈ, ਦਲਿਤ ਵਰਗ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਦਲਿਤ ਵਰਗ ਦੇ ਵਿੱਚ ਜਿਹੜੇ ਸਿੱਖ ਵੀ ਹਨ, ਹਿੰਦੂ ਵੀ ਹਨ, ਤਾਂ ਬੀਜੇਪੀ ਇਹ ਗੱਲ ਕਹਿ ਕੇ ਬੜੀ ਤਰੀਕੇ ਨਾਲ ਸਾਈਡ ਤੇ ਹੋ ਸਕਦੀ ਹੈ ਕਿ ਵੇਖੋ ਅਸੀਂ ਤਾਂ ਦਲਿਤ ਵਰਗ ਦੀ ਗੱਲ ਕਰ ਰਹੇ ਹਾਂ, ਸਮੁੱਚੀ ਮਾਨਵਤਾ ਦੀ ਗੱਲ ਕਰ ਰਹੇ ਹਾਂ, ਔਰ ਦੂਜੇ ਪਾਸੇ ਜਿਹੜਾ ਉਹ ਬਾਬਾ ਅਰਦਾਸ ਕਰ ਰਿਹਾ ਉਹ ਗੁਰੂ ਰਵਿਦਾਸ ਦੀ ਮਹਾਨਤਾ ਦੀ ਗੱਲ ਕਰਦਾ, ਉਹ ਗੁਰਦੁਆਰੇ ਦੀ ਅਰਦਾਸ ਕਰ ਰਿਹਾ। ਮਤਲਬ ਉਹਨਾਂ ਦੀ ਮਹਾਨਤਾ, ਉਹਨਾਂ ਗੁਰੂਆਂ ਪੀਰਾਂ ਦੀ ਮਹਾਨਤਾ ਨੂੰ ਲੈ ਕੇ ਬੀਜੇਪੀ ਉਹ ਕਾਰਡ ਖੇਡਣ ਦਾ ਯਤਨ ਕਰ ਰਹੀ ਆ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਨ੍ਹਾਂ ਦੀ ਬਾਣੀ ਦਰਜ ਹੈਗੀ ਆ। ਸੋ ਕਹਿਣ ਦਾ ਅਰਥ ਇਹ ਹੈ ਕਿ ਬੀਜੇਪੀ ਪੂਰਨ ਤੌਰ ਤੇ ਇੱਕ ਸੋਚੀ ਸਮਝੀ ਰਣਨੀਤੀ ਦੇ ਤਹਿਤ ਪੰਜਾਬ ਦੇ ਅੰਦਰ ਇਹ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਉਹ ਲੜਨ ਦੇ ਮੂਡ 'ਚ ਆ। ਔਰ ਦੇਖੋ ਦੂਸਰੇ ਬੰਨੇ ਕੀ ਆ ਕਿ ਬੀਜੇਪੀ ਦੀ ਇਹ ਜਿਹੜੀ ਰਣਨੀਤੀ ਆ, ਇਸ ਰਣਨੀਤੀ ਨੂੰ ਭਾਵਦਿਆਂ ਕਾਂਗਰਸ ਦੇ ਵੀ ਕੰਨ ਖੜੇ ਹੋ ਗਏ ਨੇ, ਸ਼੍ਰੋਮਣੀ ਅਕਾਲੀ ਦਲ ਦੇ ਵੀ ਜਿਹੜੇ ਕੰਨ ਖੜੇ ਨੇ, ਔਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਵੀ ਸੋਚਣ ਵਾਸਤੇ ਮਜਬੂਰ ਹੋ ਗਈ ਹੈ। ਜੇਕਰ ਤੁਸੀਂ ਇਸ ਗੱਲ ਨੂੰ ਧਿਆਨ ਨਾਲ ਸਮਝਣ ਦਾ ਯਤਨ ਕਰੋ ਕਿ ਜਿਹੜੀ ਭਾਜਪਾ ਦੀ ਇਹ ਰਣਨੀਤੀ ਹੈ ਜਿਸ ਦੇ ਤਹਿਤ ਪੰਜਾਬ ਦੇ ਵਿੱਚੋਂ ਚੋਣਾਂ ਲੜਨ ਦੇ ਮੂਡ 'ਚ ਆ, ਕਾਂਗਰਸ ਪਾਰਟੀ ਦੀ ਜਿਹੜਾ ਅੰਦਰੂਨੀ ਕਲੇਸ਼ ਚੱਲਦਾ ਪਿਆ ਇਸ ਵੇਲੇ, ਨਵਜੋਤ ਸਿੱਧੂ ਔਰ ਕੈਪਟਨ ਅਮਰਿੰਦਰ ਵਰਸੇ ਜਿਹੜਾ ਕੇਸ ਚੱਲਦਾ ਪਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੂੰ ਲੈ ਕੇ, ਉਸ ਕਲੇਸ਼ ਨੂੰ ਔਰ ਭਾਜਪਾ ਦੀ ਪੰਜਾਬ ਵਿੱਚ ਹੁੰਦੀ ਘੁਸਪੈਠ ਨੂੰ ਲੈ ਕੇ ਜਿਹੜੀ ਕਾਂਗਰਸ ਦੀ ਹਾਈਕਮਾਨ ਆ ਉਹ ਵੀ ਪੂਰੀ ਚਿੰਤਾ ਦਾ, ਉਹ ਵੀ ਸਰਗਰਮ ਹੋ ਗਈ ਆ। ਉਸ ਦਾ ਵੀ ਇਹ ਇਸ ਵੇਲੇ ਪੂਰਾ ਯਤਨ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਕਾਂਗਰਸ ਦੀ ਜਿਹੜੀ ਆਟੋ ਕਲੇਸ਼ ਹੈ ਇਹਨੂੰ ਖਤਮ ਕੀਤਾ ਜਾਵੇ, ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦਾ ਤੇ ਭਾਜਪਾ ਦਾ, ਜਿਹੜੀਆਂ ਦੋਵੇਂ ਪਾਰਟੀਆਂ, ਇੱਕ ਪਾਰਟੀ ਜਿਹੜੀ ਹੈ ਸਿੱਖਾਂ ਦੇ ਨਾਮ ਤੇ ਵੋਟਾਂ ਦੀ ਗੱਲ ਕਰੂਗੀ, ਸਿੱਖ ਧਰਮ ਦੇ ਨਾਂ ਤੇ ਗੱਲ ਕਰੂਗੀ, ਬੇਸ਼ੱਕ ਉਹ ਆਪਣੇ ਉਮੀਦਵਾਰਾਂ ਨੂੰ ਹਿੰਦੂ ਉਮੀਦਵਾਰ BN ਸ਼ਰਮਾ ਆਰਾਮ ਖਿਲਾ ਸਕਦੇ ਨੇ, ਪਰ ਇਹਦੇ ਬਾਵਜੂਦ ਉਸ ਦਾ ਜਿਹੜਾ ਆਧਾਰ, ਬਹੁਤ ਸਾਰੇ ਪੰਥਕ ਵੋਟ ਬੇਅਦਬੀ ਮਾਮਲਿਆਂ ਦੇ ਕਰਕੇ, ਡੇਰਾ ਮੁਖੀ ਨੂੰ ਮਾਫੀ ਦੇਣ ਦੇ ਕਰਕੇ ਨਾਰਾਜ਼ ਵੀ ਬਹੁਤ ਨੇ, ਪਰ ਸਿਆਸਤ ਜ਼ਰੂਰ ਉਹ ਸਿੱਖ ਵੋਟਰਾਂ ਦੇ ਨਾਮ ਤੇ ਕਰਦੀ ਨਹੀਂ। ਮੈਂ ਤਾਂ ਪੰਥਕ ਵੋਟ ਤੁਸੀਂ ਕਹਿ ਸਕਦੇ ਜੀ ਕਿ ਉਦੋਂ ਟੁੱਟੀ ਹੈ, ਪਰ ਆਧਾਰ ਤਾਂ ਸ਼੍ਰੋਮਣੀ ਗੱਲ ਦਾ
ਪੰਥਕ ਵੋਟ ਹੀ ਹੈ ਨਾ। ਆਪਾਂ ਇਸ ਗੱਲ ਤੋਂ ਤਾਂ ਮੁਨਕਰ ਨਹੀਂ ਹੋ ਸਕਦੇ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ 2017 ਦੇ ਵਿੱਚ ਚਲਾ ਗਿਆ, ਪੰਥਕ ਵੋਟ ਉਹਦੇ ਨਾਲ ਟੁੱਟ ਗਈ, ਪਰ ਸਿੱਧੂ ਸਾਹਿਬ ਅੱਜ ਵੀ ਉਸ ਦਾ ਆਧਾਰ ਪੂਰਨ ਤੌਰ ਤੇ ਪੰਥਕ ਹਲਕਿਆਂ ਵਿੱਚ ਮੰਨਿਆ ਜਾਂਦਾ। ਪੰਥਕ ਹਲਕਿਆਂ ਦੀ ਨੁਮਾਇੰਦਗੀ ਕਰਨ ਵਾਲੀ ਕਲਾਸ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹੀ ਸਮਝਿਆ ਜਾਂਦਾ, ਇੰਨੇ ਹੋਰ ਦਲ ਨੇ ਉਹਨਾਂ ਨੂੰ ਨਹੀਂ ਸਮਝਦੇ। ਤੇ ਬੀਜੇਪੀ ਹੁਣ ਦੂਜੇ ਪਾਸੇ ਜਿਹੜੀ ਬੀਜੇਪੀ ਆ ਰਹੀ ਹੈ, ਬੀਜੇਪੀ ਨੂੰ ਪਤਾ ਕਿ ਜੇਕਰ ਹਿੰਦੂ ਤਬ ਦੀ ਗੱਲ ਕੀਤੀ ਤਾਂ ਪੰਜਾਬ ਦੇ ਵਿੱਚ ਉਹ ਗੱਲ ਕਾਮਯਾਬ ਨਹੀਂ ਹੋ ਸਕਦੀ, ਕਿਉਂਕਿ ਇੱਕ ਘਰ ਦੇ ਵਿੱਚ ਇੱਕ ਬੰਦਾ ਹਿੰਦੂ ਹੈ, ਇੱਕ ਬੰਦੇ ਨੇ ਪੱਗ ਬੰਨੀ, ਇੱਕ ਨੇ ਸਰਦਾਰ ਆ, ਤਾਂ ਕਿਸ ਤਰੀਕੇ ਨਾਲ ਹਿੰਦੂ ਤਬ ਦਾ ਕਾਰਡ ਹੋਏਗਾ। ਸੋ ਇਸ ਕਰਕੇ ਉਸਨੇ ਬੜੀ ਸੋਚ ਸਮਝ ਕੇ ਦਲਿਤ ਵਰਗ ਦੇ ਕਾਰਡ ਨੂੰ ਜਿਹੜਾ ਵਰਤਣ ਦੇ ਯਤਨਾਂ ਵਿੱਚ ਹੈਗੀ ਆ, ਤਾਂ ਜੋ ਇਹਦੇ ਨਾਲ ਕੋਈ ਵੀ ਸਮੱਸਿਆ ਜਿਹੜੀ ਆ ਉਹ ਨਾ ਆਵੇ। ਔਰ ਇਹ ਜਿਹੜੀ ਚੀਜ਼ਾਂ ਨੇ, ਭਾਜਪਾ ਦਾ ਦਲਿਤ ਵਰਗ ਦਾ ਕਾਰਡ, ਸ਼੍ਰੋਮਣੀ ਅਕਾਲੀ ਦਲ ਦਾ ਪੰਥਕ ਵਰਗ ਦਾ ਕਾਰਡ ਤੋਂ ਸਚੇਤ ਹੋ ਕੇ ਜਿਹੜੀ ਕਾਂਗਰਸ ਹਾਈ ਕਮਾਨ ਆ ਉਹ ਵੀ ਇਸ ਵੇਲੇ ਪੂਰਨ ਤੌਰ ਤੇ ਚਿੰਤਤ ਆ ਕਿ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਦੀ ਪਾਟੋ ਧਾੜ ਪਈ ਆ, ਇਸ ਨੂੰ ਖਤਮ ਕੀਤਾ ਜਾਵੇ, ਤਾਂ ਜੋ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇਹਨੂੰ ਤਕੜੀ ਟੱਕਰ ਜਿਹੜੀ ਦਿੱਤੀ ਜਾ ਸਕੇ। ਹੁਣ ਤੁਸੀਂ ਅੱਜ ਦੀਆਂ ਤੁਸੀਂ ਵੇਖੋ ਕੁਝ ਇੰਟਰਵਿਊ ਨਿੱਜੀ ਚੈਨਲਾਂ ਤੇ ਜਿਹੜੇ ਕਾਂਗਰਸ ਦੇ ਵਿਧਾਇਕ ਨੇ, ਜਿਹੜੇ ਕੈਪਟਨ ਕੈਂਪ ਦੇ, ਉਹਨਾਂ ਦੇ ਸੁਰ ਵੀ ਜਿਹੜੇ ਬਦਲੇ ਸ਼ੁਰੂ ਹੋ ਗਏ ਨੇ। ਕੁਝ ਆਪਣੇ ਸੂਤਰਾਂ ਤੋਂ ਜਿਹੜੀ ਸਾਨੂੰ ਜਾਣਕਾਰੀ ਮਿਲਣ ਰਹੀ ਆ, ਉਦੋਂ ਤੋਂ ਇਹ ਵੀ ਪਤਾ ਲੱਗਾ ਕਿ ਆਉਂਦੇ 2-3 ਦਿਨਾਂ 'ਚ ਸ਼ਾਇਦ ਜਿਹੜਾ ਮਸਲਾ ਆ ਉਹ ਸੁਲਝ ਸਕਦਾ। ਇਹ ਜਿਹੜੀ ਕਾਂਗਰਸ ਹਾਈ ਕਮਾਨ ਆ ਉਹ ਦੋਵਾਂ ਨੂੰ ਇੱਕ ਫਰੰਟ ਤੇ ਲਿਆ ਸਕਦੀ ਹੈ। ਦੇਖੋ, ਜਦੋਂ ਇਹੋ ਜਿਹਾ ਮੁੱਦਾ ਹੋਇਆ ਤਾਂ ਉਸ ਵਕਤ ਜਿਹੜੀ ਗੱਲ ਆ, ਨਵਜੋਤ ਸਿੱਧੂ, ਕੈਪਟਨ ਅਮਰਿੰਦਰ ਸਿੰਘ, ਪ੍ਰਤਾਪ ਬਾਜਵਾ ਦੀ ਨਹੀਂ ਰਹਿਣੀ। ਉਸ ਵਕਤ ਗੱਲ ਹੋਣੀ ਹੈ ਕਿ ਇਹ ਸੀਟ ਤੇ ਪੰਜਾਬ ਦੀ ਮੁੱਖ ਮੰਤਰੀ ਜਿਹੜੀ ਹੈ ਸਰਕਾਰ ਆ, ਇਹ ਕਿਹਦੀ ਹੈ ਤਾਂ ਆਪਾਂ ਕਿਸ ਤਰੀਕੇ ਨਾਲ ਲੈਣੀ ਹੈ। ਸੋ ਇਸ ਕਰਕੇ ਆਪਾਂ ਕਹਿ ਸਕਦੇ ਕਿ ਇਹ ਜਿਹੜੀਆਂ ਬੀਜੇਪੀ ਦੀਆਂ, ਭਾਰਤੀ ਜਨਤਾ ਪਾਰਟੀ ਦੀਆਂ ਜਿਹੜੀਆਂ ਇਹ ਗਤੀਵਿਧੀਆਂ ਨੇ, ਇਹਨਾਂ ਨੇ ਦੂਜੀਆਂ ਪਾਰਟੀਆਂ ਨੂੰ ਸੁਚੇਤ ਕਰ ਦਿੱਤਾ। ਦੂਜੀ ਪਾਰਟੀ ਇਸ ਤਰੀਕੇ ਨਾਲ ਯਾਨੀ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਆਪਣੇ ਲੋਕ ਜਿਹੜੇ ਆਮ ਤੌਰ ਤੇ ਆਪਾਂ ਗੱਲਬਾਤ ਕਰਦੇ ਹਾਂ ਕਿ ਬੀਜੇਪੀ ਨੂੰ ਤਾਂ ਗਿਣਤੀ ਦੇ ਵਿੱਚ ਗਿਣਦੇ ਹੀ ਨਹੀਂ, ਪਰ ਹੁਣ ਇਹ ਗੱਲ ਜ਼ਰੂਰ ਕਹਿ ਸਕਦੇ ਹਾਂ ਕਿ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ। ਬੇਸ਼ੱਕ ਕਿਸਾਨ ਅੰਦੋਲਨ ਦੇ ਕਰਕੇ ਬੀਜੇਪੀ ਜਿਹੜੀ ਹੈ ਉਹ ਕਮਜ਼ੋਰ ਹੋਈ ਸੀ, ਪਰ ਜੋ ਪੱਤੇ ਖੇਡ ਰਹੀ ਹੈ, ਡੇਰਾ ਮੁਖੀ ਵਾਲਾ ਪੱਤਾ, ਜੇਕਰ ਦਲਿਤ ਪੱਤਾ, ਤੇ ਉਦੋਂ ਬਾਅਦ ਚੋਂ ਜੇ ਕਿਸਾਨ ਅੰਦੋਲਨ ਦਾ ਵੀ ਜੇਕਰ ਥੋੜਾ ਬਹੁਤਾ ਹੱਲ ਉਹ ਕਰ ਦਿੰਦੀ ਹੈ ਜਾਂ ਪੂਰਨ ਤੌਰ ਤੇ ਵੀ ਕਰ ਦਿੰਦੀ ਹੈ, ਤਾਂ ਥੋੜਾ ਬਹੁਤਾ ਉਹਦਾ ਵੀ ਜਿਹੜਾ ਫਾਇਦਾ ਜ਼ਰੂਰ ਮਿਲੂਗਾ। ਯਾਨੀ ਉਸ ਤੋਂ ਸਾਫ਼ ਇਹ ਸਪਸ਼ਟ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਚੀਜ਼ਾਂ ਤੇ ਇਹ ਲੱਗ ਰਿਹਾ ਕਿ ਬੀਜੇਪੀ ਤਕੜੀ ਹੋ ਕੇ ਉੱਭਰੇਗੀ। ਹਾਂ, ਇਹ ਨਹੀਂ ਆਪਾਂ ਗੱਲ ਕਹਿ ਰਹੇ ਕਿ ਸਰਕਾਰ ਬਣਾ ਲਏਗੀ ਜਾਂ ਬਹੁਤ ਵੱਡੀ ਧਿਰ ਬਣ ਕੇ, ਜਿਵੇਂ ਆਪਾਂ ਕਹਿ ਦਈਏ ਵੀ ਮੁੱਖ ਤੌਰ ਤੇ ਜਿਹੜੀ ਕੀ ਕਹਿੰਦੇ ਹੁੰਦੇ ਆ ਕਿ ਵਿਰੋਧੀ ਧਿਰ ਦੇ ਵਿੱਚ ਆ ਜਾਏਗੀ, ਇਹ ਵੀ ਕਹਿਣਾ ਮੁਸ਼ਕਿਲ ਹੈ। ਪਰ ਹਾਂ, ਪਹਿਲਾਂ ਵਾਲੀ ਜੋ ਸਥਿਤੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਹਨਾਂ ਦੀ, ਉਸ ਤੋਂ ਹੋ ਸਕਦਾ ਹੈ ਕਿ ਉਸ ਤੋਂ ਵੀ ਜ਼ਿਆਦਾ ਤਕੜਾ ਹੋ ਕੇ ਉੱਭਰ ਆਵੇ ਇਹਨਾਂ ਦਲਿਤ ਪੱਤਿਆਂ ਦੇ ਜਾਂ ਹੋਰ ਪੱਤਿਆਂ ਦੇ ਦਮ ਦੇ ਉੱਪਰ। ਇਹ ਆਪਾਂ ਕਹਿ ਸਕਦੇ ਹਾਂ। ਬਿਲਕੁਲ, ਕਿਉਂ ਨਹੀਂ ਸਿੱਧੂ ਸਾਹਿਬ ਕਹਿ ਸਕਦੇ। ਮੈਂ ਅੱਜ ਤੁਹਾਡੀ ਗੱਲ ਕਰਦਿਆਂ ਮੈਨੂੰ ਯਾਦ ਆ ਗਿਆ ਕਿ ਪੱਛਮੀ ਬੰਗਾਲ ਦੇ ਵਿੱਚ ਕੀ ਸਥਿਤੀ ਸੀ। ਪੱਛਮੀ ਬੰਗਾਲ 'ਚ 2 ਸੀਟਾਂ ਸੀ, 2 ਸੀਟਾਂ ਸੀ, ਤੇ 2 ਸੀਟਾਂ ਤੋਂ ਉਹ ਕਿੱਥੋਂ ਚੱਲ ਕੇ ਜਿਹੜੇ ਨੇ ਉਹ ਕਿੱਥੋਂ ਤੱਕ 77 ਤੱਕ ਪਹੁੰਚ ਗਏ ਨੇ, 75 ਤੱਕ ਪਹੁੰਚ ਗਏ ਨੇ। ਤਾਂ ਸਿੱਧੂ ਸਾਹਿਬ ਜਦੋਂ ਪੰਜਾਬ 'ਚ ਉਹਨੇ ਬੀਜੇਪੀ ਨੇ ਐਂਟਰ ਕਰਨਾ, ਔਰ ਦੇਖੋ ਇਹ ਗੱਲ ਹੁਣ ਕਲੀਅਰ ਕੱਟ ਹੋ ਗਈ ਆ ਕਿ ਬੀਜੇਪੀ ਦਾ ਨਿਸ਼ਾਨਾ ਦਲਿਤ ਵਰਗ ਦੇ ਉੱਤੇ ਹੀ ਟੇਕ ਜਿਹੜੀ ਉਹਦੀ ਉੱਤੇ ਹੈਗੀ ਆ। ਤਾਂ ਜੇਕਰ ਉਹ ਚੋਟੀ ਦੇ ਪੰਜਾਬ ਦੇ ਵਿੱਚੋਂ ਦੂਜੀਆਂ ਪਾਰਟੀਆਂ ਤੋਂ ਨਾਰਾਜ਼ ਜਿਹੜੇ ਨੇਤਾ ਨੇ, ਜੇਕਰ ਉਹਨਾਂ ਨੂੰ ਚਾਹੇ ਉਹ ਦਲਿਤ ਵਰਗ ਨਾਲ ਸੰਬੰਧਿਤ ਹੋਣ ਜਾਂ ਦੂਜੇ ਵਰਗ ਨਾਲ ਸੰਬੰਧਿਤ, ਜਦੋਂ ਉਹਨਾਂ ਨੂੰ ਟਿਕਟਾਂ ਦੇ ਕੇ ਉਹਨੇ ਮੈਦਾਨ ਵਿੱਚ ਉਤਾਰਿਆ, ਤਾਂ ਜਿਹੜੀ ਪੰਜਾਬ ਦੀ ਰਾਜਨੀਤੀ ਦੀ ਜਿਹੜੀ ਸਥਿਤੀ ਜਾਂ ਤਸਵੀਰ ਜਿਹੜੀ ਨਾ ਉਹ ਪਹਿਲਾਂ ਨਾਲੋਂ ਬਿਲਕੁਲ ਭਿੰਨ ਹੋਵੇਗੀ। ਇਹ ਵੱਖਰੀ ਗੱਲ ਹੈ ਕਿ ਇੱਥੇ 5 ਚੀਜ਼ਾਂ ਹੋਣਗੀਆਂ। 5 ਕਿਸ ਤਰ੍ਹਾਂ, ਕਾਂਗਰਸ ਵੀ ਹੈਗੀ ਆ, ਅਕਾਲੀ ਦਲ ਵੀ ਆ, ਆਮ ਆਦਮੀ ਪਾਰਟੀ ਵੀ ਆ, ਠੀਕ ਆ ਜੀ, ਦੂਜੇ ਪਾਸੇ ਬਹੁਜਨ ਸਮਾਜ ਪਾਰਟੀ ਵੀ ਆ ਗਈ, ਢੀਂਡਸਾ ਗਰੁੱਪ ਵੀ ਆ ਗਿਆ, ਲੁਧਿਆਣੇ ਵਾਲੇ 2 ਭਰਾ ਵੀ ਆ ਗਏ। ਸੋ ਇਹੋ ਜਿਹੇ ਜਿਹੜੇ ਬੰਦੇ ਨੇ, ਇਹ ਵੱਖਰੀ ਗੱਲ ਆ ਕਿ 5 ਜਾਂ 6 ਥਾਵਾਂ ਤੇ ਜਿਹੜੀਆਂ ਵੋਟਾਂ ਦੀ ਗਿਣਤੀ ਜਿਹੜੀ ਵੰਡੀ ਜਾਊਗੀ, ਮਤਲਬ ਟਕਰਾਅ ਹੋਵੇਗਾ, ਵੰਡ ਹੋਵੇਗੀ। ਪਰ ਇਹਦੇ ਬਾਵਜੂਦ ਭਾਜਪਾ ਦੀ ਜਿਹੜੀ ਸਥਿਤੀ ਹੈ ਉਹ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਟੱਕਰ ਦੇਣ ਦੇ ਬਰਾਬਰ ਹੋਵੇਗੀ, ਕਿਉਂਕਿ ਉਹਦੇ ਵਿੱਤੀ ਜਿਹੜੇ ਹਾਲਾਤ ਨੇ ਉਹ ਢੀਂਡਸਿਆਂ ਨਾਲੋਂ ਜਾਂ ਦੂਜੀਆਂ ਪਾਰਟੀਆਂ ਨਾਲੋਂ ਬੈਟਰ ਹੋਣਗੇ, ਕਿਉਂਕਿ ਉਹ ਮੁਕਾਬਲਾ ਕਰ ਸਕਦੇ ਨੇ, ਕਿਉਂਕਿ ਸੈਂਟਰ 'ਚ ਉਹਨਾਂ ਦੀ ਸਰਕਾਰ ਆ। ਜੇਕਰ ਦੂਜੀਆਂ ਪਾਰਟੀਆਂ ਵੰਡਣਗੀਆਂ ਤਾਂ ਇਹ ਕਿਉਂ ਨਹੀਂ ਵੰਡਣਗੀਆਂ? ਪੈਸਾ ਹੈ, ਸਭ ਕੁਝ ਹੈ, ਕਿਉਂਕਿ ਉਹਨਾਂ ਦਾ ਅਗਰ ਵੀ ਕਾਰਪੋਰੇਟ ਘਰਾਣੇ ਨੇ। ਅਸੀਂ ਜਿਹੜੀ ਵਜ੍ਹਾ, ਤੁਸੀਂ ਇੱਕ ਗੱਲ ਹੋਰ ਵੇਖੋ, ਅਸੀਂ ਕਿਸਾਨ ਅੰਦੋਲਨ ਦੀ ਗੱਲ ਕਰਦੇ ਹਾਂ। ਜਦੋਂ 10 ਦਿਨ ਦਾ ਪਹਿਲਾਂ ਪੰਜਾਬ ਦੀ ਕਾਂਗਰਸ ਪਾਰਟੀ ਦੇ ਵਿੱਚ ਰੌਲਾ ਪਿਆ, ਜਿਸ ਦਿਨ 7 ਅਪ੍ਰੈਲ ਜਾਂ 9 ਅਪ੍ਰੈਲ ਨੂੰ, ਜਿਸ ਦਿਨ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ SIT ਵੱਲੋਂ ਰਿਪੋਰਟ ਜਿਹੜੀ ਪੰਜਾਬ ਹਰਿਆਣਾ ਕੋਰਟ ਵੱਲੋਂ ਰੱਦ ਕੀਤੀ ਗਈ, ਉਸ ਤੋਂ ਮਗਰੋਂ ਤੁਸੀਂ ਮੈਨੂੰ ਦੱਸੋ ਕਿ ਪੰਜਾਬ ਦਾ ਜਿਹੜਾ ਮੀਡੀਆ ਹੈ ਇਹਨੇ ਕਿੰਨਾ ਕੁ ਜਿਹੜਾ ਕਿਸਾਨ ਅੰਦੋਲਨ ਨੂੰ ਕਵਰ ਕੀਤਾ, ਕਿੰਨਾ ਕੁ ਇਸਨੇ ਕਰੋਨੇ ਨੂੰ ਕਵਰ ਕੀਤਾ। ਸਾਰਿਆਂ ਦਾ ਧਿਆਨ ਜਿਹੜਾ ਹੈ ਕੈਪਟਨ ਵਰਸਸ ਨਵਜੋਤ ਸਿੱਧੂ ਤੇ ਲੜਾਈ ਤੇ ਲੱਗਾ। ਅੱਜ ਜਿਸ ਦਿਨ ਦਾ
ਬਾਬੇ ਦੀ ਅਰਦਾਸ ਆਈ ਹੈ, ਧਿਆਨ ਭਾਜਪਾ ਵੱਲ ਚਲਾ ਗਿਆ। ਸੋ ਕਹਿਣ ਦਾ ਅਰਥ ਆ ਕਿ ਜਿਹੜੇ ਲੋਕ ਨੇ ਪੰਜਾਬ ਦੇ, ਜਿਹੜੇ ਲੋਕ ਨੇ ਜਾਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ, ਉਹ ਇਹਨਾਂ ਲੋਕਾਂ ਦਾ ਧਿਆਨ ਮੋੜਨ ਵਾਸਤੇ ਉਹ ਸਮਰੱਥ ਨੇ, ਜਿੱਧਰ ਨੂੰ ਮਰਜ਼ੀ ਉਹਨਾਂ ਨੇ ਮੋੜ ਲੈਣਾ। ਤਾਂ ਇਸ ਵੇਲੇ ਬੀਜੇਪੀ ਮੇਨ ਮੁੱਦੇ ਜਿਹੜੇ ਰਹਿ ਜਾਣੇ ਆ। ਹੁਣ ਦੇਖੋ, ਇੱਕ ਗੱਲ ਆਪਾਂ ਬੜੀ, ਮੈਨੂੰ ਇਹ ਗੱਲ ਕਹਿਣ ਲੱਗਿਆ ਮਤਲਬ ਬੜਾ ਦੁੱਖ ਜਿਹਾ ਲੱਗਦਾ ਕਿ ਦੇਖੋ 7 ਮਹੀਨੇ ਹੋ ਚੱਲੇ ਨੇ ਕਿਸਾਨ ਬਾਰਡਰਾਂ ਤੇ ਬੈਠੇ ਆ, ਔਰ ਇਹਨਾਂ 7 ਮਹੀਨਿਆਂ ਦੇ ਵਿੱਚ ਇੱਕ ਬੇਸ਼ੱਕ ਅਸੀਂ ਜੋ ਮਰਜ਼ੀ ਕਹੀਏ ਕਿ ਕਿਸਾਨ ਸਾਡੇ ਡਟੇ ਨੇ, ਜੋ ਮਰਜ਼ੀ ਡਟੇ ਨੇ, ਪਰ ਇੱਕ ਗੱਲ 7 ਮਹੀਨੇ ਸਿੱਧੂ ਸਾਹਿਬ ਬਹਿਣਾ ਬਹੁਤ ਔਖਾ ਹੁੰਦਾ। ਇੱਕ ਅਕੇਵੇਂ ਦੀ ਜਿਹੜੀ ਸਥਿਤੀ, ਉਹ ਥੱਕ ਗਏ ਨੇ। ਬੇਸ਼ੱਕ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਆਪਣੇ ਹੱਕ ਲੈਣੇ ਆ, ਪਰ ਕਿੱਥੇ ਇੱਕ ਅਕੇਵੇਂ ਦੀ ਸਥਿਤੀ ਜਿਹੜੀ ਪੈਦਾ ਹੋ ਜਾਏ ਜਦੋਂ ਸਾਡਾ ਕੋਈ ਸੁਣਨ ਨੂੰ ਤਿਆਰ ਨਹੀਂ, ਤਾਂ ਉਹ ਜਿਹੜੀ ਦਿਖਾਈ ਨਹੀਂ ਦੇ ਰਹੀ, ਬਿਲਕੁਲ ਕੋਈ ਉਮੀਦ ਦਿਖਾਈ ਨਹੀਂ ਦੇ ਰਹੀ। ਤਾਂ ਆਖਰ ਅਸੀਂ ਹੈ ਤਾਂ ਪਰਿਵਾਰ ਪਾਲਣ ਵਾਲੇ ਲੋਕ ਹੀ। ਤਾਂ ਇਹਨਾਂ ਚੀਜ਼ਾਂ ਨੂੰ ਜਿਹੜੀ ਭਾਜਪਾ ਆ ਉਹ ਸਮਝ ਗਈ ਆ, ਉਹਨੇ ਹਰ ਕਾਰਡ ਖੇਡਣਾ। ਪਰ ਸਿਰਫ ਇੱਕ ਪਰਮਾਤਮਾ ਦੇ ਅੱਗੇ ਦੁਆ ਮੈਂ ਕਰਦਾ, ਅਰਦਾਸ ਕਰਦਾ ਕਿ ਮਾਲਕਾ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਠੀਕ ਰਹਿਣੇ ਚਾਹੀਦੇ ਆ, ਉਹ ਨਾ ਕਿਤੇ ਭਰਾ ਮਾਰੂ ਜੰਗ ਦੇ ਵਿੱਚ ਤਬਦੀਲ ਹੋ ਜਾਣ। ਜਿਹੜਾ 1.5 ਦਹਾਕਾ ਜਿਹੜੀ ਪੰਜਾਬ ਦੇ ਲੋਕਾਂ ਨੇ ਜਿਹੜਾ ਸੰਤਾਪ ਝੱਲਿਆ, ਉਹ ਕਿਤੇ ਦੁਬਾਰਾ ਨਾ ਚੱਲਣਾ ਭਾਜੀ। ਇਹ ਚੀਜ਼ ਆਪ ਲੋਕਾਂ ਨੂੰ ਆਪ ਸੋਚਣ ਦੀ ਲੋੜ ਹੈ ਕਿ ਇਹ ਜਿਹੜੀਆਂ ਲੋਕ ਨੇ, ਇਹ ਲੋਕ ਸਰਕਾਰਾਂ ਬਣਾਉਣ ਦੀ ਬਜਾਏ ਜਿਹੜੀ ਬਣਾਉਣ ਦੇ ਲਈ, ਜਿਹੜੀ ਆਪਾਂ ਆਪਣੇ ਆਪ ਨੂੰ ਸੱਤਾ ਦੇ ਵਿੱਚ ਲਿਆਉਣ ਦੇ ਲਈ, ਆਪਣੇ ਆਪ ਨੂੰ ਤਾਕਤ ਦੇ ਵਿੱਚ ਲਿਆਉਣ ਦੇ ਲਈ ਦਲਿਤ ਪੱਤੇ ਖੇਡ ਸਕਦੇ ਆ, ਧਰਮ ਜਾਤ ਸਭ ਕੁਝ ਪੱਤੇ ਖੇਡ ਸਕਦੇ ਆ। ਪਰ ਇਹ ਆਪ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਅਸੀਂ ਆਪਸੀ ਜਿਹੜੀ ਭਾਈਚਾਰਕ ਸਾਂਝ ਹੈ ਉਹ ਅਸੀਂ ਇਹਨਾਂ ਲੀਡਰਾਂ ਦੇ ਪਿੱਛੇ ਲੱਗ ਕੇ ਨਹੀਂ ਤੋੜਨੀ। ਜਿਹੜੇ ਸਹੀ ਉਮੀਦਵਾਰ ਨੇ, ਜਿਹੜੇ ਤੁਹਾਨੂੰ ਸਹੀ ਲੱਗਦੇ ਆ ਕਿ ਇਹ ਪੰਜਾਬ ਨੂੰ ਜਾਂ ਤੁਹਾਨੂੰ ਸਹੀ ਜਿਹੜਾ ਭਵਿੱਖ ਦੇ ਸਕਦੇ ਆ, ਉਹੀ ਲੀਡਰ ਜਿਹੜੀ ਚੁਣਨ ਦੀ ਲੋੜ ਹੈ। ਖਾਸ ਤੌਰ ਤੇ ਲੋਕਾਂ ਨੂੰ ਅਪੀਲ ਇਹ ਹੈ ਕਿ ਆਪਸੀ ਜਿਹੜੀ ਭਾਈਚਾਰਕ ਸਾਂਝ ਹੈ, ਇਹਨਾਂ ਲੀਡਰਾਂ ਦੇ ਪਿੱਛੇ ਲੱਗ ਕੇ ਨਾ ਖਰਾਬ ਕਰਿਓ। ਨਾ ਜਾਤ ਦੇ ਚੱਕਰ 'ਚ ਪਏ ਹੋ, ਨਾ ਧਰਮ ਦੇ ਚੱਕਰ 'ਚ ਪਏ ਹੋ, ਨਾ ਦਲਿਤ ਕਾਰਡ ਦੇ ਚੱਕਰ 'ਚ ਪਏ ਹੋ, ਨਾ ਡੇਰਾ ਮੁਖੀ ਕਾਰਡ ਦੇ, ਕਿਸੇ ਵੀ ਚੱਕਰ 'ਚ ਨਾ ਪਾਓ। ਮਤਲਬ ਜਿਹੜਾ ਵੀ ਤੁਹਾਨੂੰ ਠੀਕ ਆ, ਅਸੀਂ ਨਹੀਂ ਕਹਿੰਦੇ ਕਿ ਬੀਜੇਪੀ ਨੂੰ ਵੋਟ ਪਾਓ ਜਾਂ ਨਾ ਪਾਓ, ਕਾਂਗਰਸ ਨੂੰ ਪਾਓ ਜਾਂ ਨਾ ਪਾਓ, ਅਕਾਲੀ ਦਲ ਨੂੰ ਪਾਓ ਜਾਂ ਨਾ ਪਾਓ, ਪਾਓ ਉਹਨੂੰ ਜਿਹਨੂੰ ਤੁਹਾਡਾ ਮਨ ਕਰਦਾ, ਪਰ ਸੋਚ ਵਿਚਾਰ ਕੇ, ਕਿਉਂਕਿ ਸਵਾਲ 5 ਸਾਲਾਂ ਦਾ ਨਹੀਂ ਹੈ, ਸਵਾਲ ਪੰਜਾਬ ਦੇ ਆਉਣ ਵਾਲੇ ਭਵਿੱਖ ਦਾ ਵੀ ਹੈ, ਤੁਹਾਡੇ ਬੱਚਿਆਂ ਦਾ ਭਵਿੱਖ ਦਾ ਵੀ ਹੈ। ਸੋ ਸੋਚ ਸਮਝ ਕੇ ਇਹਨਾਂ ਲੋਕਾਂ ਦੀ ਚਾਲ ਦੇ ਵਿੱਚ ਫਸਣ ਤੋਂ ਪਹਿਲਾਂ ਜਿਹੜੀ ਉਹ ਕਰ ਲੈਣੀ ਚਾਹੀਦੀ ਹੈ। ਬਿਲਕੁਲ, ਕਿਉਂਕਿ ਜਿਹੜਾ ਵੋਟਾਂ ਦਾ ਸਾਲ ਹੁੰਦਾ ਉਹ ਬੜਾ ਖਤਰਨਾਕ ਸਾਲ ਹੁੰਦਾ। ਮਤਲਬ ਹਰ ਜਦੋਂ ਵੋਟਾਂ ਪੈਂਦੀਆਂ ਨੇ, ਚਾਹੇ ਉਹ ਰਾਸ਼ਟਰੀ ਪੱਧਰ ਤੇ ਪੈਣ ਤੇ ਚਾਹੇ ਉਹ ਰਾਜ ਪੱਧਰ ਤੇ ਪੈਣ, ਜਦੋਂ ਰਾਸ਼ਟਰੀ ਪੱਧਰ ਤੇ ਪੈਂਦੀਆਂ ਨੇ ਉਦੋਂ ਪਾਕਿਸਤਾਨ ਦੇ ਹਾਲਾਤ, ਜਿਹੜੇ ਪਾਕਿਸਤਾਨ ਸਾਡੇ ਦੇਸ਼ ਦੇ ਵਿੱਚ ਘੁਸਪੈਠ ਕਰ ਜਾਂਦਾ, ਤੇ ਜਦੋਂ ਪੰਜਾਬ ਦੇ ਵਿੱਚ ਕਿਸੇ ਰਾਹ 'ਚ ਪੈਂਦੀ, ਯਾਨੀ ਅਣਖੀ ਸਾਹਿਬ, ਇਹ ਆਪਾਂ ਕਹਿ ਸਕਦੇ ਲਾਸਟ ਦੇ ਵਿੱਚ ਕਿ ਹੁਣ ਹਰ ਉਹ ਹੀਲਾ, ਹਰ ਉਹ ਵਸੀਲਾ, ਹਰ ਉਹ ਤਾਕਤ ਬੀਜੇਪੀ ਦੇ ਵੱਲੋਂ ਪੰਜਾਬ ਦੇ ਅੰਦਰ ਲਾਈ ਜਾਊਗੀ, ਜਿਹੜੀ ਉਹਨਾਂ ਦੇ ਵੱਲੋਂ ਪਹਿਲਾਂ ਕਦੇ ਨਹੀਂ ਲਗਾਈ ਗਈ। ਕਿਉਂਕਿ ਸ਼ਾਇਦ ਬੀਜੇਪੀ ਨੂੰ ਕਿਤੇ ਨਾ ਕਿਤੇ ਮਲਾਲ ਹੋਊਗਾ ਕਿ ਸ਼ਾਇਦ ਅਸੀਂ ਪੰਜਾਬ ਦੇ ਅੰਦਰ ਪਾਵਰ 'ਚ ਹੁੰਦੇ, ਅਸੀਂ ਪੰਜਾਬ ਦੇ ਅੰਦਰ ਸੱਤਾ 'ਚ ਹੁੰਦੇ, ਤਾਂ ਇਹ ਕਿਸਾਨ ਅੰਦੋਲਨ ਨਹੀਂ ਸੀ ਉੱਠਣ ਦੇਣਾ। ਤਾਂ ਪਹਿਲਾਂ ਉਹ 13 ਸੀਟਾਂ ਦੇ ਕਰਕੇ ਉਹ ਨਹੀਂ ਸੀ ਸੋਚ ਸਕਦੇ, ਪਰ ਹੁਣ ਉਹ ਸੋਚਦੇ ਹੋਣਗੇ ਕਿ ਜੇ ਪੰਜਾਬ ਦੇ ਅੰਦਰ ਸਾਡੀ ਸਰਕਾਰ ਹੁੰਦੀ, ਤਾਂ ਜੇ ਭਵਿੱਖ ਦੇ ਵਿੱਚ ਵੀ ਅੱਗੇ ਜੇ ਫੈਸਲੇ ਲੈਣੇ ਆ, ਕਿਉਂਕਿ ਪੰਜਾਬੀ ਇਨਕਲਾਬੀ ਆ, ਤੇ ਜੇ ਭਵਿੱਖ ਦੇ ਵਿੱਚ ਫੈਸਲੇ ਲੈਣੇ ਆ ਤਾਂ ਪੰਜਾਬੀਆਂ ਦੇ ਉੱਤੇ ਰਾਜ ਕਰਨਾ ਸਾਨੂੰ ਬਹੁਤ ਜ਼ਰੂਰੀ ਹੈ। ਲੱਗਦਾ ਕਿ ਹਰ ਉਹ ਹੀਲਾ ਵਸੀਲਾ ਉਹ ਵਰਤਿਆ ਜਾਊਗਾ। ਆਖਰ ਦੇ ਵਿੱਚ ਮੈਂ ਤੁਹਾਨੂੰ ਇਹ ਪੁੱਛਾਂ। ਬਿਲਕੁਲ, ਮੈਂ ਕਹਿੰਦਾ ਕਿ ਭਾਰਤੀ ਜਨਤਾ ਪਾਰਟੀ ਪੂਰੀ ਤਾਕਤ ਜਿਹੜੀ ਆਪਣੀ ਝੋਕ ਦੇਗੀ ਪੰਜਾਬ ਦੀਆਂ ਚੋਣਾਂ ਦੇ ਵਿੱਚ, ਪੰਜਾਬ ਦੀਆਂ ਵੋਟਾਂ ਜਦੋਂ ਹੋਣੀਆਂ, ਪੂਰੀ ਤਾਕਤ ਝੁਣ ਕੇ ਇਹਦੇ ਵਿੱਚ ਆਏਗੀ। ਬਿਲਕੁਲ ਤੁਹਾਡੀ ਗੱਲ ਦਾ ਮੈਂ ਸਹਿਮਤ ਹਾਂ ਉਸ ਗੱਲ ਦੇ ਨਾਲ ਕਿ ਸਰਕਾਰ ਬੀਜੇਪੀ ਦੀ ਬਣੇ ਜਾਂ ਨਾ ਬਣੇ, ਪਰ ਉਹ ਪੰਜਾਬ ਦੇ ਵਿੱਚ ਇੱਕ ਉਹ ਮਜ਼ਬੂਤ ਧਿਰ ਬਣ ਕੇ ਸਾਹਮਣੇ ਆਊਗੀ ਜਿਹਦੇ ਬਾਰੇ ਦੂਜੀਆਂ ਪਾਰਟੀਆਂ ਨੇ ਕਦੇ ਅਨੁਮਾਨ ਵੀ ਨਹੀਂ ਲਾਇਆ। ਤੁਸੀਂ ਜਿਹੜੀ ਗੱਲ ਕੀਤੀ ਕਿ ਕਿਸਾਨ ਅੰਦੋਲਨ ਦੇ ਸੰਦਰਭ 'ਚ, ਔਰ ਦੂਸਰੇ ਪਾਸੇ ਤੁਹਾਨੂੰ ਯਾਦ ਹੋਣਾ ਕਿ ਜਿਹੜੀ ਬੀਜੇਪੀ ਹੈ, ਭਾਰਤੀ ਜਨਤਾ ਪਾਰਟੀ, ਕੁਝ ਮੁੱਦਿਆਂ ਤੇ ਬਹੁਤ ਸਖਤ ਸਟੈਂਡ ਲੈਣ ਵਾਲੀ ਗੱਲ ਹੈ। ਇੱਕ ਨਿੱਕੀ ਜਿਹੀ ਉਦਾਹਰਨ ਦੇ ਕੇ ਮੈਂ ਇਹ ਗੱਲ ਉਹ ਆਪਣੀ ਸਮਝਾਉਣ ਦਾ ਯਤਨ ਕਰਾਂਗਾ। ਜਦੋਂ ਪਿਛਲੀਆਂ 2000 ਜਦੋਂ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਜਦੋਂ ਵੋਟਾਂ ਪਈਆਂ, ਗੁਰਜੀਤ ਔਜਲੇ ਤੋਂ ਪਹਿਲਾਂ ਦੀ ਗੱਲ ਕਰਨ ਲੱਗਾ, ਤਾਂ ਕੈਪਟਨ ਅਮਰਿੰਦਰ ਸਿੰਘ ਹੁਣੀ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਲੜੇ ਸੀ। ਤਾਂ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਨੇ ਇਹ ਗੱਲ ਕਹੀ ਸੀ ਕਿ ਤੁਸੀਂ ਅਰੁਣ ਜੇਤਲੀ ਨੂੰ ਕਿ ਤੁਸੀਂ ਸਰਟੀਫਿਕੇਟ ਕਾਗਜ਼ ਭਰਦੇ ਆ ਤੇ ਜਿੱਤ ਦਾ ਆਣ ਕੇ ਸਰਟੀਫਿਕੇਟ ਲੈ ਜਾਣਾ। ਤਾਂ ਉਸ ਵਕਤ ਸਾਰੇ ਹਿੰਦੁਸਤਾਨ 'ਚ ਜਿਹੜੀ ਤੂਤੀ ਹੈ ਨਾ ਨਰਿੰਦਰ ਮੋਦੀ ਦੀ ਬੋਲ ਰਹੀ ਸੀ, ਭਾਜਪਾ ਦਾ ਝੰਡਾ ਝੁਲਦਾ ਪਿਆ ਸੀ। ਪਰ ਅੰਮ੍ਰਿਤਸਰ ਤੋਂ 2 ਨੰਬਰ ਦਾ ਲੀਡਰ ਅਰੁਣ ਜੇਤਲੀ ਜਦੋਂ ਹਾਰ ਗਿਆ, ਤਾਂ ਇਸ ਗੱਲ ਨੂੰ ਭਾਜਪਾ ਕਦੇ ਭੁੱਲ ਨਹੀਂ ਸਕੀ। ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਦੇ ਮੂੰਹ ਨਹੀਂ ਲਾਇਆ। ਔਰ ਉਸ ਤੋਂ ਬਾਅਦ ਤੁਹਾਨੂੰ ਇਹ ਵੀ ਗੱਲ ਯਾਦ ਹੋਵੇਗੀ, ਜਦੋਂ ਬੇਅਦਬੀਆਂ ਹੋਈਆਂ
ਤਾਂ ਉਸ ਸਮੇਂ ਜਦੋਂ ਰੇਲਾਂ ਰੋਕੀਆਂ ਗਈਆਂ ਕਿਸਾਨਾਂ ਵੱਲੋਂ ਜਾਂ ਸਿੱਖ ਜਥੇਬੰਦੀਆਂ ਵੱਲੋਂ, ਉਸ ਗੱਲ ਦਾ ਸੈਂਟਰ ਦਾ ਕਿੰਨਾ ਨੁਕਸਾਨ ਹੋਇਆ, ਉਸ ਗੱਲ ਨੂੰ ਵੀ ਭਾਜਪਾ ਨੇ ਆਪਣੇ ਜ਼ਿਹਨ 'ਚ, ਆਪਣੇ ਚੇਤੇ 'ਚ ਰੱਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਿਸ ਹੱਦ ਤੱਕ ਉਹਨਾਂ ਦਾ ਨੁਕਸਾਨ ਕੀਤਾ। ਸੋ ਇਸ ਕਰਕੇ ਉਸ ਨੁਕਸਾਨ ਨੂੰ ਪੂਰਤੀ ਵਾਸਤੇ ਔਰ ਪੰਜਾਬ ਦੇ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਵਾਸਤੇ, ਆ ਜਿਹੜਾ ਤੁਸੀਂ ਪੁਆਇੰਟ ਬੋਲਿਆ ਕਿ ਜੇਕਰ ਪੰਜਾਬ ਦੇ ਵਿੱਚ ਉਹਨਾਂ ਦੀ ਇੱਕ ਮਜ਼ਬੂਤ ਧਿਰ ਹੁੰਦੀ ਤਾਂ ਸ਼ਾਇਦ ਕਿਸਾਨ ਅੰਦੋਲਨ ਨਾ ਸ਼ੁਰੂ ਹੋਇਆ ਹੁੰਦਾ, ਤੇ ਜਿੰਨੀ ਕਿਰਕਰੀ ਇਸ ਵੇਲੇ ਅੰਤਰਰਾਸ਼ਟਰੀ ਪੱਧਰ ਤੇ ਭਾਜਪਾ ਦੀ ਔਰ ਨਿੱਜੀ ਤੌਰ ਤੇ ਨਰਿੰਦਰ ਮੋਦੀ ਦੀ ਹੋਈ ਆ, ਉਨੀ ਸ਼ਾਇਦ ਨਾ ਹੋਈ ਹੁੰਦੀ। ਕੋਈ ਸ਼ੱਕ ਨਹੀਂ ਕਿ ਭਾਜਪਾ ਜਿਹੜੀ ਆ ਮੇਨ ਤੌਰ ਤੇ ਪੰਜਾਬ ਨੂੰ ਆਪਣਾ ਦੁਸ਼ਮਣ ਸਮਝਦੀ ਆ। ਇਸ ਕਾਰਨ ਉਹ ਇਸ ਮੁੱਦੇ ਤੇ ਪੂਰੀ ਤਾਕਤ ਝੁਮਕੇਗੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀਆਂ ਬਾਕੀ ਪਾਰਟੀਆਂ ਨੂੰ ਆਪਣਾ ਵਜੂਦ ਜਿਹੜਾ, ਆਪਣੀ ਸਥਿਤੀ ਜਿਹੜੀ ਆ ਉਹ ਦੱਸੀ ਜਾਵੇ ਕਿ ਅਸੀਂ ਕੀ ਕਰਦਾ। ਬਾਕੀ ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਅਖੀਰ ਤੇ ਜਿਹੜੀ ਤੁਸੀਂ ਗੱਲ ਕਹੀ ਆ ਕਿ ਲੋਕਾਂ ਨੂੰ ਆਪਣੀ ਭਾਈਚਾਰਕ ਸਾਂਝ ਜਿਹੜੀ ਆ ਉਹ ਪੂਰਨ ਤੌਰ ਤੇ ਬਣਾ ਕੇ ਰੱਖਣੀ ਚਾਹੀਦੀ, ਉਹਦੇ ਉੱਤੇ ਕੋਈ ਜਿਹੜਾ ਆਪਾਂ ਕਹਿ ਸਕਦੇ ਹਾਂ ਕੋਈ ਦਾਗ ਜਿਹੜਾ ਉਹ ਨਹੀਂ ਲੱਗਣਾ ਚਾਹੀਦਾ। ਕਿਉਂਕਿ ਤੁਸੀਂ ਪਿਛਲੇ ਦੌਰ 'ਚ ਦੇਖ ਲਓ, ਅੱਜ ਤੱਕ ਪੰਜਾਬ ਜੋ ਮਰਜ਼ੀ ਹੋ ਜੇ, ਪੰਜਾਬ ਦੇ ਵਿੱਚ ਕਦੇ ਵੀ ਅਜਿਹੀਆਂ ਸਥਿਤੀਆਂ ਪੈਦਾ ਨਹੀਂ ਹੋਈਆਂ। ਤਾਂ ਮੈਨੂੰ ਯਕੀਨ ਆ ਕਿ ਭਵਿੱਖ ਵਿੱਚ ਵੀ ਇੱਦਾਂ ਨਹੀਂ ਹੋਏਗਾ। ਜੀ ਸੁਖ ਸਾਹਿਬ। ਤਾਂ ਪ੍ਰੋਫੈਸਰ ਸਾਹਿਬ, ਤੁਸੀਂ ਸਾਡੇ ਨਾਲ ਜੁੜੇ ਇਸ ਪ੍ਰੋਗਰਾਮ ਦੇ ਵਿੱਚ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਜੀ। ਰਾਜਸਥਾਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਸ ਪੂਰੇ ਮਸਲੇ ਦੇ ਉੱਪਰ ਵਿਸਤਾਰ ਪੂਰਵਕ ਸਾਡੇ ਨਾਲ ਜਿਹੜੀ ਵਿਚਾਰ ਚਰਚਾ ਕੀਤੀ ਗਈ, ਆਪਣੀ ਜਾਣਕਾਰੀ ਸਾਂਝੀ ਕੀਤੀ ਗਈ, ਆਪਣੇ ਕੀਮਤੀ ਵਿਚਾਰ ਦਿੱਤੇ ਗਏ ਨੇ। ਉਮੀਦ ਕਰਦੇ ਹਾਂ ਕਿ ਪ੍ਰੋਫੈਸਰ ਸਾਹਿਬ ਉਹਨਾਂ ਦੇ ਜਿਹੜੇ ਵਿਚਾਰ ਆ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ। ਤਦ ਤੱਕ ਦੀ ਇਜਾਜ਼ਤ। ਧੰਨਵਾਦ।